नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स ਦੇ ਵਿੱਚ मैं ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਇਮੀਗ੍ਰੇਸ਼ਨ ਨੂੰ ਲੈ ਕੇ ਤੁਹਾਡਾ ਕੋਈ ਵੀ ਸਵਾਲ ਹੈ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਫਿਰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਕੈਨੇਡਾ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ ਤੇ ਤੁਹਾਡੇ ਸਵਾਲਾਂ ਦੀ ਅਸੀਂ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਜਵਾਬ ਵੀ ਦਈਏ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਜਿਹੜਾ ਐਕਸਪ੍ਰੈਸ ਐਂਟਰੀ ਦਾ ਨਵਾਂ ਡਰਾ ਆਇਆ ਉਹਦੇ ਬਾਰੇ ਵਿੱਚ ਤੇ ਖਾਸ ਤੌਰ ਤੇ ਇਮੀਗ੍ਰੇਸ਼ਨ ਸਿਸਟਮ ਦੇ ਬਾਰੇ ਵਿੱਚ ਸੋ ਇਹਦੇ ਬਾਰੇ ਡਿਸਕਸ਼ਨ ਕਰਨ ਦੇ ਨਾਲ ਨਾਲ ਇਮੀਗ੍ਰੇਸ਼ਨ ਦੇ ਵਿੱਚ ਜੋ ਇਸ ਵਕਤ ਤਾਜ਼ਾ ਖਬਰਾਂ ਆ ਰਹੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਾਡੇ ਨਾਲ ਜਾਣਕਾਰੀ ਦੇਣ ਲਈ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ ਸਤਿ ਸ਼੍ਰੀ ਅਕਾਲ ਸਰ तरन जी थैंक यू वेरी मच सब तो पहला तो ते सारे ही श्रोतिਆਂ ਨੂੰ आईसीसी इमीग्रेशन ਦੀ ਸਮੁੱਚੀ ਟੀਮ ਵੱਲੋਂ ਸਾਰੇ ਵਿਊਅਰਸ ਨੂੰ आईसीसी इमीग्रेशन ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੂ ਦੱਤਾ ਆਡੀ ਰਿਪੋਰਟਰ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ तरन जी ਕੀ ਹਾਲ ਚਾਲ ਨੇ ऑल गुड तरन ਇਮੀਗ੍ਰੇਸ਼ਨ ਦਾ ਕੱਲ ਇੱਕ ਐਕਸਪ੍ਰੈਸ ਐਂਟਰੀ ਦਾ ਡਰਾ ਨਿਕਲਿਆ ਪੁਆਇੰਟਸ ਨੀਚੇ ਆਏ ਨੇ ਅਰਾਊਂਡ 21 ਦੇ ਕਰੀਬ ਤੇ ਇਨਵੀਟੇਸ਼ਨਸ ਵੀ ਪਿਛਲੀ ਵਾਰ ਨਾਲੋਂ ਜ਼ਿਆਦਾ ਭੇਜੇ ਗਏ ਨੇ ਸੋ ਕਿੰਨਾ ਨੂੰ ਇਸ ਵਾਰੀ ਕਿੰਨਾ ਦਾ ਲੱਕ ਨਿਕਲਿਆ तरन जी 496 ਤੇ ਕੱਟ ਆਫ ਤੇ ਡਰਾ ਆਊਟ ਹੋਇਆ ਜੀ ਐਂਡ 4300 ਇਨਵੀਟੇਸ਼ਨਸ ਦਿੱਤੇ ਗਏ ਸੀਗੇ ਓਕੇ ਸੋ ਆਲ ਸਟ੍ਰੀਮ ਡਰਾ ਸੀਗਾ ਬਿਕੋਜ਼ ਅਸੀਂ ਪਿਛਲੇ ਕੁਝ ਅਰਸੇ ਤੋਂ ਸਿਰਫ ਸਟੈਮ ਦੇ ਟ੍ਰੇਡ ਦੇ ਤੇ ਹੈਲਥ ਸਰਵਿਸਿਜ਼ ਦੇ ਡਰਾ ਦੇਖ ਰਹੇ ਸੀਗੇ ਸੋ ਫਾਈਨਲੀ ਆ ਡਰਾ ਸੀਗਾ ਕਿ ਆਲ ਸਟ੍ਰੀਮਸ ਵਾਸਤੇ ਸੀਗਾ ਜਿਨ੍ਹਾਂ ਕੋਲ PNP ਹੈਗਾ ਜਿਹੜੇ CEC ਵਾਲੇ ਐਪਲੀਕੈਂਟਸ ਹੈਗੇ ਨੇ ਟ੍ਰੇਡਸ ਵਾਲੇ ਹੈਗੇ ਨੇ ਉਹ ਸਾਰਿਆਂ ਵਾਸਤੇ ਡਰਾ ਸੀਗਾ ਸੋ 496 ਜਿਹੜੇ ਥੱਲੇ ਆਉਣ ਦੀ ਉਮੀਦ ਹੈਗੀ ਹੈ ਤੇ ਜਿਹੜੇ ਦੋਸਤ ਸਾਡੇ ਸੋਚ ਕੇ ਬੈਠੇ ਹੋਏ ਨੇ ਕਿ ਡਰਾ ਜਲਦੀ ਥੱਲੇ ਆਏਗਾ ਉਹ ਉਹਨਾਂ ਥੱਲੇ ਨਹੀਂ ਆਇਆ ਬਟ ਕਿਉਂਕਿ ਡਰਾ ਇੰਨੇ ਚਿਰ ਬਾਅਦ ਹੋਇਆ ਤਾਂ 496 ਤੇ ਗਿਆ ਜੀ 500 ਦੀ ਲਾਈਨ ਤੋਂ ਐਟਲੀਸਟ ਨੀਚੇ ਆ ਗਿਆ ਵਾ ਸੋ ਅਰਾਊਂਡ ਕਹਿੰਦੇ 21 ਪੁਆਇੰਟਸ ਦੇ 511 ਸੀਗਾ ਉਸ ਤੋਂ ਪਹਿਲਾਂ ਤੇ ਉਸ ਤੋਂ ਥੱਲੇ ਆ ਗਿਆ ਜੀ ਬਿਲਕੁਲ ਸੋ ਸਰ ਇਹਦੇ ਨਾਲ ਥੋੜਾ ਜਿਹਾ ਜਿਵੇਂ 4300 ਐਪਲੀਕੇਸ਼ਨਸ ਨੂੰ ਇਨਵਾਈਟ ਕੀਤਾ ਗਿਆ ਸੋ ਇਹਦੇ ਨਾਲ ਹੀ ਥੋੜਾ ਜਿਹਾ ਇਮੀਗ੍ਰੇਸ਼ਨ ਮਿਨਿਸਟਰ ਦੇ ਬਿਆਨ ਦੀ ਵੀ ਗੱਲ ਕਰ ਲਈ ਆਪਾਂ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਕਿ ਵੀ ਕੈਨੇਡਾ ਵਿੱਚ ਹੁਣ ਇਮੀਗ੍ਰੇਸ਼ਨ ਦੇ ਲਈ ਜਿਹੜਾ ਐਕਸਪ੍ਰੈਸ ਐਂਟਰੀ ਆ ਉਹਦਾ ਝੁਕਾਅ ਵੀ ਚੇਂਜ ਹੋ ਚੁੱਕਿਆ ਵਾ ਤੇ ਜਿਹੜੇ ਬਾਕੀ PNPs ਦੇ ਡਰਾਸ ਨੇ ਉਹਦੇ ਵਿੱਚ ਵੀ ਝੁਕਾਅ ਚੇਂਜ ਹੋ ਚੁੱਕਿਆ ਸੋ ਹੁਣ ਜਿਹੜਾ ਇਸ ਵਕਤ PR ਦੇ ਲਈ ਆਮ ਤੌਰ ਤੇ ਜਿਹੜੇ ਪ੍ਰੋਸੈਸ ਦੀ ਵੇਟ ਕਰਦੇ ਪਿਆ ਕਿਹਦੇ ਵੱਲ ਇਸ ਵਕਤ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਤਰਨ ਜੀ 6 ਸਟਰੀਮਸ ਆਇਡੈਂਟੀਫਾਈ ਕੀਤੀਆਂ ਗਈਆਂ ਜਿਨ੍ਹਾਂ ਦੇ ਉੱਤੇ ਫੋਕਸ ਹੈਗਾ ਬਿਕੋਜ਼ ਅਸੀਂ ਡਰਾਜ਼ ਹੁੰਦੇ ਦੇਖ ਲਏ ਸਟੈਮ ਦੇ ਡਰਾਜ਼ ਜਿਹਦੇ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥਮੈਟਿਕਸ ਦੇ ਆਕੂਪੇਸ਼ਨਸ ਆਉਂਦੇ ਨੇ ਜਿਹਦੇ ਵਿੱਚ ਆਰਕੀਟੈਕਟਸ ਵੀ ਫਾਲ ਕਰਦੇ ਨੇ ਸਿਵਲ ਇੰਜੀਨੀਅਰਸ ਵੀ ਫਾਲ ਕਰਦੇ ਨੇ ਇੰਜੀਨੀਅਰਸ ਵੀ ਹੈਗੇ ਨੇ IT ਰਿਲੇਟਡ ਸੌਫਟਵੇਅਰ ਇੰਜੀਨੀਅਰਸ ਵੀ ਹੈਗੇ ਨੇ ਸੌਫਟਵੇਅਰ ਡਿਵੈਲਪਰਸ ਵੀ ਹੈਗੇ ਨੇ ਮੈਥਮੈਟਿਕਸ ਨਾਲ ਰਿਲੇਟਡ ਡਾਟਾ ਐਨਾਲਿਸਟ ਹੈਗੇ ਨੇ ਡਾਟਾ ਮੈਨੇਜਮੈਂਟਸ ਵਾਲੇ ਹੈਗੇ ਨੇ ਤੇ ਸਟੈਮ ਦੇ ਵਿੱਚ ਕਾਫੀ ਸਾਰੇ ਆਕੂਪੇਸ਼ਨ ਇਵਨ ਆਰਕੀਟੈਕਟਸ ਦੇ ਵਿੱਚ ਫਾਲ ਕਰ ਰਹੇ ਨੇ ਉਸ ਤੋਂ ਬਾਅਦ ਅਸੀਂ ਗੱਲ ਕਰ ਰਹੀ ਹੈਲਥ ਕੇਅਰ ਦੇ ਵਿੱਚ ਡਾਕਟਰਸ ਨਰਸਿਸ ਡੈਂਟਿਸਟ ਸਰਜਨਸ MD ਫਿਜ਼ੀਸ਼ੀਅਨਸ ਫਾਲ ਕਰ ਰਹੇ ਨੇ ਨਰਸਿਸ ਫਾਲ ਕਰ ਰਹੀਆਂ ਲੈਬ ਟੈਕਨੀਸ਼ੀਅਨਸ ਫਿਜ਼ੀਓਥੈਰੇਪਿਸਟ ਫਾਰਮਾਸਿਸਟ ਕਾਇਰੋਪ੍ਰੈਕਟਿਸ ਉਹ ਸਾਰੇ ਉਸ ਸਟਰੀਮ ਦੇ ਵਿੱਚ ਫਾਲ ਕਰ ਰਹੇ ਨੇ ਦੈਨ ਕੁਝ ਟ੍ਰੇਡ ਦੇ ਉਸ ਤੋਂ ਬਾਅਦ ਤੀਜਾ ਫੋਕਸ ਹੈ ਟ੍ਰੇਡ ਦੇ ਵਿੱਚ ਵੈਲਡਰਸ ਇਲੈਕਟ੍ਰੀਸ਼ੀਅਨਸ ਪਲੰਬਰਸ ਮਸ਼ੀਨਿਸਟ ਇਹੋ ਜਿਹੇ ਆਕੂਪੇਸ਼ਨਸ ਆ ਗਏ ਚੌਥਾ ਫੋਕਸ ਹੈਗਾ ਜੀ ਟਰਾਂਸਪੋਰਟੇਸ਼ਨ ਦੇ ਉੱਤੇ ਤੇ ਪੰਜਵਾਂ ਫੋਕਸ ਹੈਗਾ ਐਗਰੀਕਲਚਰ ਦੀ ਸਟਰੀਮ ਦੇ ਉੱਤੇ ਤੇ ਛੇਵਾਂ ਫੋਕਸ ਜਿਹੜਾ ਅਗੇਨ ਇਟਸ ਅ ਵੈਰੀ ਵੈਰੀ ਇੰਪੋਰਟੈਂਟ ਉਹ ਹੈਗਾ ਫ੍ਰੈਂਕੋਫੋਨਸ ਦੇ ਉੱਤੇ ਫ੍ਰੈਂਚ ਸਪੀਕਿੰਗ ਇੰਡੀਵਿਜੂਅਲਸ ਦੇ ਉੱਤੇ ਸੋ ਆਹ 6 ਸਟਰੀਮਸ ਹੈਗੀਆਂ ਜਿਨ੍ਹਾਂ ਨੂੰ ਇਸ ਟਾਈਮ ਤੇ ਮੈਨੇਜ ਕੀਤਾ ਜਾ ਰਿਹਾ ਹੈਗਾ ਐਂਡ ਇਹਨਾਂ ਦੇ ਉੱਤੇ ਫੋਕਸ ਅਸੀਂ ਪ੍ਰੋਵਿੰਸਿਸ ਦਾ ਵੀ ਗੱਲ ਕਰੀਏ ਫੈਡਰਲ ਲੈਵਲ ਤੇ ਦੋਨੋਂ ਲੈਵਲ ਤੇ ਇਹਨਾਂ ਚੀਜ਼ ਦੇ ਉੱਤੇ ਫੋਕਸ ਬਣਿਆ ਹੋਇਆ ਸੋ ਇਮੀਗ੍ਰੇਸ਼ਨ ਮਿਨਿਸਟਰ ਦੀ ਤੁਸੀਂ ਗੱਲ ਕਰ ਰਹੇ ਸੀਗੇ ਜੀ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਸਾਡੇ ਨਾਲ ਕਾਲਰ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਸਵਾਲ ਹੈ ਹਾਂਜੀ ਮਿਸਿਸ ਸਾਗਾ ਤੋਂ ਬੋਲ ਰਿਹਾ ਮੇਰਾ ਅਸਾਈਲਮ ਨੂੰ ਲੈ ਕੇ ਕੁਐਸਚਨ ਹੈ ਜੇ ਕੋਈ ਸਟੂਡੈਂਟ ਵੀਜ਼ਾ ਤੇ ਆਇਆ ਹੋਵੇ ਕਿ ਕਿੰਨੇ ਟਾਈਮ ਦੇ ਵਿੱਚ ਅਸਾਈਲਮ ਲਗਾ ਸਕਦਾ ਹੈ ਔਰ ਵਰਕ ਪਰਮਿਟ ਤੇ ਕੀ ਇੰਪਲੀਕੇਸ਼ਨ ਰਹੂਗੀਆਂ ਔਰ ਇਨ ਕੇਸ ਰਿਜੈਕਟ ਹੋ ਜਾਂਦਾ ਤਾਂ ਉਹਦਾ ਕੀ ਪ੍ਰੋਸੈਸ ਹੈਗਾ ਜੀ ਸਰ ਕੁਝ ਪੁੱਛਣਾ ਚਾਹੁੰਦੇ ਹੋ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਜੀ ਸਰ ਓਕੇ ਪਹਿਲੀ ਗੱਲ ਤਾਂ ਜਦੋਂ ਵੀ ਤੁਸੀਂ ਰਿਫਿਊਜੀ ਐਪਲੀਕੇਸ਼ਨ ਪੁੱਟ ਅਪ ਕਰਦੇ ਹੋ ਰਿਫਿਊਜੀ ਇੱਕ ਤੁਹਾਨੂੰ ਚੀਜ਼ ਯਾਦ ਰੱਖਣੀ ਪਈ ਇੱਕ ਪ੍ਰਿਵਿਲੇਜ ਦਿੱਤੀ ਜਾਂਦੀ ਹੈ ਉਹਨਾਂ ਦੋਸਤਾਂ ਨੂੰ ਉਹਨਾਂ ਐਪਲੀਕੈਂਟਸ ਨੂੰ ਉਹਨਾਂ ਇੰਡੀਵਿਜੂਅਲਸ ਨੂੰ ਜਿਹੜੇ ਬੈਕ ਹੋਮ ਜਿਨ੍ਹਾਂ ਨੂੰ ਕੋਈ ਦਿੱਕਤ ਚੱਲ ਰਹੀ ਹੈਗੀ ਹੈ ਕੋਈ ਥ੍ਰੈਟ ਹੈਗਾ ਕੋਈ ਮਾਰ ਕੁਟਾਈ ਦਾ ਇਸ਼ੂ ਹੈ ਕੋਈ ਸੇਫਟੀ ਦਾ ਕੰਸਰਨ ਹੈਗੇ ਨੇ ਉਹ ਐਪਲੀਕੈਂਟਸ ਆਪਣੀ ਐਪਲੀਕੇਸ਼ਨ ਇਸ ਸਟਰੀਮ ਦੇ ਫਾਇਦਾ ਲੈ ਕੇ ਪੁੱਟ ਅਪ ਕਰ ਸਕਦੇ ਨੇ ਬਟ ਅੱਜ ਦੀ ਤਰੀਕ ਦੇ ਵਿੱਚ ਹੋ ਕੀ ਰਿਹਾ ਹੈ ਕਿ ਬਹੁਤ ਸਾਰੇ ਐਪਲੀਕੈਂਟਸ ਫੇਕ ਐਪਲੀਕੇਸ਼ਨਸ ਬਣਾ ਕੇ ਇਹਦੇ ਵਿੱਚ ਐਪਲੀਕੇਸ਼ਨਸ ਪੁੱਟ ਅਪ ਕਰ ਰਹੇ ਨੇ ਐਂਡ ਕੁਝ ਚੀਜ਼ਾਂ ਹੁੰਦੀਆਂ ਕੁਝ ਚੀਜ਼ ਨਹੀਂ ਹੁੰਦੀਆਂ ਕ੍ਰੀਏਟ ਕੀਤੀਆਂ ਜਾਂਦੀਆਂ ਸੋ ਕੋਈ ਵੀ ਕ੍ਰੀਏਸ਼ਨ ਦੇ ਵਿੱਚ ਨਾ ਜਾਓ ਬਿਕੋਜ਼ ਤੁਸੀਂ ਅੱਜ ਨਹੀਂ ਕੱਲ੍ਹ ਤੰਗ ਹੋਵੋਗੇ
ਜੇ ਤੇ ਸਹੀ ਮਾਇਨਿਆਂ ਦੇ ਵਿੱਚ ਤੁਹਾਡੇ ਉੱਤੇ ਥ੍ਰੈਟ ਸੀਗੀ, ਕੋਈ ਇਹੋ ਜਿਹੀ ਇੰਪਲੀਕੇਸ਼ਨ ਸੀਗੀਆਂ, ਕੋਈ ਚੀਜ਼ਾਂ ਤੁਹਾਨੂੰ ਖਤਰਾ ਸੀਗਾ ਤੁਹਾਡੇ ਬੈਕ ਹੋਮ ਤੁਹਾਡੇ ਘਰਦਿਆਂ ਨੂੰ ਤੁਹਾਡਾ, ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਹਰ ਚੀਜ਼ ਗਲੋਬਲੀ ਅਵੇਲੇਬਲ ਹੈਗੀ ਹੈ ਇੰਟਰਨੈਟ ਦੇ ਉੱਤੇ। ਕੋਈ ਛੋਟਾ ਜਿਹਾ ਪਰਚਾ ਵੀ ਹੁੰਦਾ, ਕੋਈ ਛੋਟਾ ਜਿਹਾ ਐਕਸੀਡੈਂਟ ਹੁੰਦਾ, ਉਹ ਵੀ ਇੰਟਰਨੈਟ ਦੇ ਅੱਜ ਦੀ ਤਰੀਕ ਦੇ ਵਿੱਚ ਮਿਲ ਜਾਂਦਾ ਹੈਗਾ। ਸੋ ਜਦੋਂ ਤੁਹਾਡੀ ਐਪਲੀਕੇਸ਼ਨ ਹੀਅਰਿੰਗਸ ਦੇ ਵਿੱਚ ਜਾਂਦੀ ਹੈ ਤੇ ਆਫਿਸ ਜਿਹੜੇ ਜੱਜਸ ਹੁੰਦੇ ਨੇ ਦੇ ਆਰ ਏਬਲ ਟੂ ਪੁੱਲ ਆਊਟ ਇਨਫੋਰਮੇਸ਼ਨ ਉਸ ਟਾਈਮ ਦੀਆਂ, ਉਸ ਡੇਟ ਦੀਆਂ, ਉਸ ਟਾਈਮ ਦੀਆਂ, ਉਸ ਘੰਟੇ ਦੀਆਂ, ਉਸ ਸਿਟੀ ਦੀਆਂ। ਸੋ ਇੱਥੇ ਤੱਕ ਉਹਨਾਂ ਦੇ ਕੋਲ ਅੱਜ ਦੀ ਤਰੀਕ ਦੇ ਵਿੱਚ ਰਿਸਰਚ ਹੈਗੀ ਹੈ। ਸੋ ਤੇ ਜੇ ਤੇ ਜੈਨੂਇਨ ਚੀਜ਼ ਹੈਗੀ ਹੈ ਤੇ ਐਬਸੋਲੂਟਲੀ ਗੋ ਇਨ ਫॉर दैट, ਅਦਰਵਾਈਜ਼ ਥਿੰਕ 10 ਟਾਈਮਸ ਬਿਫੋਰ ਯੂ ਵਾਂਟ ਟੂ ਪੁੱਟ ਅਪ ਐਨ ਐਪਲੀਕੇਸ਼ਨ। ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਇਹ ਵੀ ਦੇਖਿਆ ਜਾਏ ਕਿ 6 ਮਹੀਨਿਆਂ ਦੇ ਵਿੱਚ ਐਪਲੀਕੇਸ਼ਨ ਖਾਰਜ ਵੀ ਕਰ ਰਹੇ ਨੇ। ਸੋ ਜੇ ਉਹਨਾਂ ਨੂੰ ਲੱਗਦਾ ਕਿ ਕੋਈ ਵੀ ਮੈਰਿਟਸ ਨਹੀਂ ਹੈਗੀ ਇਸ ਐਪਲੀਕੈਂਟ ਦੇ ਉੱਤੇ, ਕੋਈ ਗਰਾਊਂਡਸ ਨਹੀਂ ਹੈਗੀਆਂ, ਤੇ ਉਹ ਖਾਰਜ ਕਰ ਦਿੰਦੇ ਨੇ। ਉਸ ਤੋਂ ਬਾਅਦ ਤੁਹਾਡੇ ਤੋਂ ਡੈਪੂਟੇਸ਼ਨ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈਗਾ। ਪਹਿਲੇ ਵੋਲੰਟਰੀ ਡਿਪਾਰਚਰ, ਫਿਰ ਸੋ ਉਹ ਸਟੈਪਸ ਹੈਗੇ ਨੇ। ਐਂਡ ਤੁਸੀਂ HNC ਅਪੀਲ ਵੀ 1 ਸਾਲ ਬਾਅਦ ਕਰ ਸਕਦੇ ਹੈਗੇ। ਸੋ ਐਂਡ ਇੱਕ ਵਾਰੀ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋ ਗਈ, ਤੁਹਾਡੀ ਬਾਕੀ ਕੰਟਰੀਜ਼ ਤੋਂ ਵੀ ਤੁਹਾਡਾ ਦਰਵਾਜ਼ਾ ਬੰਦ ਹੋ ਜਾਂਦਾ ਹੈਗਾ ਜਦੋਂ ਜੇ ਡੈਪੂਟੇਸ਼ਨ ਹੋ ਜਾਂਦੀ ਹੈ ਔਨ ਦਿਸ ਗਰਾਊਂਡਸ ਕੇ ਜੈਨੂਇਨਨੈਸ ਆਫ ਕੇਸ ਦੇ ਉੱਤੇ। ਉਸ ਤੋਂ ਬਾਅਦ ਤੁਸੀਂ ਬੈਕ ਹੋਮ ਜਾ ਕੇ ਸਟਰਗਲ ਕਰੋਗੇ। ਸੋ ਇੱਕੋ ਹੀ ਚੀਜ਼ ਕਿ ਜੇ ਕੋਈ ਰਿਫਿਊਜੀ ਦੀ ਜੈਨੂਇਨਨੈਸ ਹੈਗੀ ਹੈ ਤੇ ਐਬਸੋਲੂਟਲੀ ਥਿੰਕ 10 ਟਾਈਮਸ ਐਂਡ ਸਪੀਕ ਟੂ ਯੋਰ ਲਾਇਰ, ਅਦਰਵਾਈਜ਼ ਡੂ ਨਾਟ ਡੂ ਦੈਟ। ਬਿਕੋਜ਼ ਉਹ ਟੈਂਪਰੇਰੀ ਟਾਈਮ ਬਾਏ ਕਰਨ ਦੇ ਚੱਕਰ ਦੇ ਵਿੱਚ, ਟੈਂਪਰੇਰੀ ਵਰਕ ਪਰਮਿਟ ਲੈਣ ਦੇ ਚੱਕਰ ਦੇ ਵਿੱਚ ਤੁਸੀਂ ਆਪਣਾ ਵੱਡਾ ਨੁਕਸਾਨ ਕਰ ਲੈਂਦੇ ਹੋ, ਆਪਣਾ ਵੀ ਆਪਣੇ ਘਰਦਿਆਂ ਦਾ ਵੀ। ਜੀ ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਇੱਥੋਂ ਬੈਂਕ ਤੋਂ ਬੋਲ ਰਹੀ ਹਾਂ ਜੀ। ਮੈਨੂੰ ਤਾਂ ਕਈ ਤੋਂ ਪੁੱਛਣਾ ਸੀਗਾ ਵੀ ਜਿਹੜੇ ਇਹਦੇ ਵੀ ਹੁਣੇ ਰੀਸੈਂਟਲੀ ਉਹ PR ਹੋਏ ਨੇ, ਮਤਲਬ ਵੀ ਜਿਵੇਂ ਕਿ ਤੁਸੀਂ ਦੇਖੋ ਵੀ ਆ ਹੁਣ ਜੁਲਾਈ ਅਗਸਤ ਚ ਹੋਏ ਨੇ ਕਿ PR ਉਹਨਾਂ ਦਾ ਕਾਰਡ ਆ ਰਹੇ, ਮਤਲਬ ਪ੍ਰੋਸੈਸਿੰਗ ਚ ਵੀ ਪਾਸ ਉਹਨਾਂ ਨੇ, ਜਾਨੀ ਕਿ ਆਪ ਵਿੱਚ ਮਿਲ ਜਾਣ ਉਹਨਾਂ ਨੂੰ ਜੀ। ਕੀ ਸਤੰਬਰ ਦੇ ਵਿੱਚ ਉਹ ਵੀ ਆਪਦੇ ਮਤਲਬ ਪੇਰੈਂਟਸ ਦੇ ਲਈ ਐਪਲੀਕੇਸ਼ਨ ਜਾਂ ਡਰਾਅ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ? ਜੀ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ। ਜੀ ਸਰ। ਬਿਲਕੁਲ ਜੀ, ਜੇ ਉਸ ਤੋਂ ਪਹਿਲੇ ਉਹ ਐਪਲੀਕੈਂਟ ਟੈਂਪਰੇਰੀ ਸਟੇਟਸ ਦੇ ਵਿੱਚ ਕੈਨੇਡਾ ਦੇ ਵਿੱਚ ਸੀਗੇ, ਕੰਮ ਕਰਦੇ ਰਹੇ ਨੇ ਤੇ ਐਬਸੋਲੂਟਲੀ ਜੇ ਇਨਕਮ ਰਿਕੁਆਇਰਮੈਂਟਸ ਮੀਟ ਕਰ ਰਹੇ ਨੇ ਤੇ ਉਹ ਐਪਲੀਕੇਸ਼ਨ ਆਪਣੀ ਪੁੱਟ ਅਪ ਕਰ ਸਕਦੇ ਨੇ ਜੀ। ਜੀ ਬਿਲਕੁਲ। ਆਪਾਂ ਵਾਪਸ ਟੌਪਿਕ ਤੇ ਆਈਏ। ਇਮੀਗ੍ਰੇਸ਼ਨ ਮਿਨਿਸਟਰ ਦੇ ਬਿਆਨ ਦੀ ਮੈਂ ਗੱਲ ਕਰ ਰਹੀ ਸੀਗੀ ਕਿ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਇੱਥੇ ਘਰਾਂ ਦੀ ਜੀ ਇੱਕ ਟਾਰਗੇਟ ਰੱਖਿਆ ਗਿਆ ਵਾ, ਟੀਚਾ ਰੱਖਿਆ ਗਿਆ ਤੇ ਉਹਨੂੰ ਕੰਪਲੀਟ ਕਰਨ ਲਈ ਕਿਹਾ ਜਾ ਰਿਹਾ ਕਿ ਸਾਨੂੰ ਬਾਹਰੋਂ ਲੇਬਰ ਦੀ ਬਹੁਤ ਜ਼ਰੂਰਤ ਹੈ, ਬਾਹਰੋਂ ਵਰਕਫੋਰਸ ਦੀ ਬਹੁਤ ਜ਼ਰੂਰਤ ਹੈ। ਸੋ ਇਮੀਗ੍ਰੇਸ਼ਨ ਨੂੰ ਇਸ ਤਰੀਕੇ ਦੇ ਨਾਲ ਹੁਣ ਉਧਰ ਵੱਲ ਧਿਆਨ ਦਿੱਤਾ ਜਾ ਰਿਹਾ ਜਿਹੜੇ ਕਿ ਜ਼ਿਆਦਾਤਰ ਇਸ ਵਕਤ ਕੈਨੇਡਾ ਨੂੰ ਲੋੜੀਂਦੇ ਨੇ। ਬਿਲਕੁਲ ਤਰਨ ਜੀ, ਆ ਟ੍ਰੇਡਸ ਦੀਆਂ ਜਿੰਨੀਆਂ ਵੀ ਐਪਲੀਕੇਸ਼ਨ ਗੱਲ ਕਰ ਲਈਏ, ਤੁਸੀਂ ਐਬਸੋਲੂਟਲੀ ਗੱਲ ਕਿਹਾ ਕਿ ਇਸ ਟਾਈਮ ਤੇ ਮੈਕਸਿਮਮ ਸ਼ਾਰਟਫਾਲ ਹਾਊਸਿੰਗ ਕ੍ਰਾਈਸਿਸ ਬਣਿਆ ਹੋਇਆ ਹੈ। ਅਸੀਂ ਮੈਟਰੋਜ਼ ਦੀ ਗੱਲ ਕਰ ਲਈ, ਅਸੀਂ ਰਿਮੋਟਸ ਦੀ ਗੱਲ ਕਰ ਲਈ, ਅਸੀਂ ਰੂਰਲ ਏਰੀਆ ਦੀ ਗੱਲ ਕਰ ਲਈ ਤੇ ਮੈਟਰੋ ਹਾਊਸਿੰਗ ਕ੍ਰਾਈਸਿਸ ਇਸ ਟਾਈਮ ਤੇ ਨਜ਼ਰ ਆ ਰਿਹਾ ਹੈਗਾ। ਤੇ ਇਮੀਗ੍ਰੇਸ਼ਨ ਮਿਨਿਸਟਰ ਤੋਂ ਆ ਵੀ ਬਿਆਨ ਆਇਆ ਕਿ ਇਮੀਗ੍ਰੈਂਟਸ ਆਰ ਨਾਟ ਰਿਸਪੌਂਸਿਬਲ ਫॉर ਹਾਊਸਿੰਗ ਕ੍ਰਾਈਸਿਸ। ਹਾਊਸਿੰਗ ਕ੍ਰਾਈਸਿਸ ਇਸ ਕਰਕੇ ਐਕਸਪਰਟਸ ਕਹਿ ਰਹੇ ਨੇ ਕਿ ਇਸ ਕਰਕੇ ਹੈਗਾ ਕਿਉਂਕਿ ਜਿੰਨੇ ਘਰ ਟੈਕਨੀਕਲੀ ਬਣਨੇ ਚਾਹੀਦੇ ਸੀਗੇ ਹਰ ਸਾਲ ਦੇ ਵਿੱਚ ਉਹ ਅਸੀਂ ਨਹੀਂ ਬਣਾ ਰਹੇ, ਉਹਨਾਂ ਦੀ ਗਵਰਨਮੈਂਟ ਪਰਮਿਸ਼ਨਸ ਨਹੀਂ ਦੇ ਰਹੀ ਜਾਂ ਘਰ ਉਹਨੇ ਖੜੇ ਨਹੀਂ ਹੋ ਰਹੇ। ਸੋ ਉਹਦੇ ਕਰਕੇ ਸਾਡਾ ਹਾਊਸਿੰਗ ਕ੍ਰਾਈਸਿਸ ਬਣਿਆ ਹੋਇਆ ਤੇ ਐਬਸੋਲੂਟਲੀ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਟ੍ਰੇਡਸ ਹੈਗੀਆਂ, ਅਸੀਂ ਕੰਕਰੀਟ ਫਿਨਿਸ਼ਰਸ ਦੀ ਗੱਲ ਕਰ ਲਈ, ਅਸੀਂ ਕਾਰਪੈਂਟਰਸ ਦੀ ਗੱਲ ਕਰ ਲਈ, ਅਸੀਂ ਕੰਕਰੀਟ ਇੰਸਟਾਲਰਸ ਦੀ ਗੱਲ ਕਰ ਲਈ, ਅਸੀਂ ਡਰਾਈ ਵਾਲ ਇੰਸਟਾਲਰਸ ਦੀ ਗੱਲ ਕਰ ਲਈਏ, ਉਹ ਟ੍ਰੇਡਸ ਵੈਲਡਰਸ ਦੇ, ਪਲੰਬਰਸ ਦੇ, ਇਲੈਕਟ੍ਰੀਸ਼ੀਅਨ ਦੇ, ਉਹ ਟ੍ਰੇਡ ਅੱਜ ਦੀ ਦੇ ਆਰ ਰੀਅਲੀ ਇਨ ਸ਼ਾਰਟ ਸਪਲਾਈ ਐਟ ਦਿਸ ਮੋਮੈਂਟ। ਉਹਨਾਂ ਦੀ ਹਿਊਜ ਡਿਮਾਂਡ ਚੱਲ ਰਹੀ ਹੈਗੀ। ਸੋ ਐਸੇ ਕਰਕੇ ਕਿ ਇਹ ਵੀ ਕਿਹਾ ਜਾ ਰਿਹਾ ਕਿ ਸਾਨੂੰ ਈਵਨ ਘਰਾਂ ਦਾ ਜਿਹੜਾ ਆਪਣਾ ਟਾਰਗੇਟ ਲੈ ਕੇ ਚੱਲ ਰਿਹਾ ਜੇ ਉਹਨਾਂ ਨੂੰ ਵੀ ਅਸੀਂ ਪੂਰਾ ਕਰਨਾ ਹੈ ਤੇ ਵੀ ਰੀਅਲੀ ਨੀਡ ਟੂ ਹੈਵ these trades come into Canada। ਉਹ ਇੱਥੇ ਵਰਕ ਪਰਮਿਟ ਤੇ ਆਣ, LMIA ਤੇ ਆਣ ਜਾਂ PNPs ਦੇ ਉੱਤੇ ਆਣ ਤੇ ਇੱਥੇ ਆ ਕੇ ਕੰਮ ਕਰਨ ਤੇ ਹਾਊਸਿੰਗ ਕ੍ਰਾਈਸਿਸ ਨੂੰ ਖਤਮ ਕਰਨ ਦੇ ਵਿੱਚ ਹੈਲਪ ਕਰਨ। ਸਰ ਜਿਵੇਂ ਤੁਸੀਂ ਗੱਲ ਕੀਤੀ ਆ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਹੈਡਿੰਗ ਵੀ ਪੜ੍ਹ ਕੇ ਸੁਣਾ ਰਹੀ ਸੀਗੀ ਕਿ ਵੀ ਇਹ ਕਿਹਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਟਾਈਮ ਬੰਬ ਇਜ਼ ਸੂਨ ਟੂ ਐਕਸਪਲੋਡ ਇਨ ਕੈਨੇਡਾ। ਤੇ ਵੀ ਕੀ ਇਹਦਾ ਮਤਲਬ ਬਣਿਆ? ਕਹਿੰਦੇ ਕਿਉਂਕਿ ਇਸ ਵਕਤ ਜਿਸ ਤਰੀਕੇ ਨਾਲ ਟਾਰਗੇਟ ਰੱਖਿਆ ਗਿਆ ਕਿ ਹਰ ਸਾਲ ਇੰਨੇ ਇਮੀਗ੍ਰੈਂਟਸ ਬਣਾਉਣੇ ਆ, ਉਹ ਟਾਰਗੇਟ ਨੂੰ ਤਾਂ ਅਸੀਂ ਅਚੀਵ ਕਰ ਰਹੇ ਹਾਂ, ਪਰ ਇਹਨਾਂ ਟਾਰਗੇਟਸ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ ਰਹੇ ਉਹਨਾਂ ਨੂੰ ਰੱਖਿਆ ਕਿੱਥੇ ਜਾਏਗਾ? ਜਿਹੜੇ ਤਾਂ ਅਫੋਰਡ ਕਰ ਸਕਦੇ ਆ, ਘਰ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਉਹਦੇ ਨਾਲ ਹਾਊਸਿੰਗ ਮਾਰਕੀਟ ਦੇ ਵਿੱਚ ਜਿਹੜਾ ਕੰਪੀਟੀਸ਼ਨ ਵਧੇਗਾ, ਰੈਂਟ ਇਨਕਰੀਜ਼ ਹੋਣਗੇ, ਇਨਫਲੇਸ਼ਨ ਫਿਰ ਉੱਪਰ ਨੂੰ ਜਾਏਗੀ ਤੇ ਜੇ ਨਹੀਂ ਅਫੋਰਡ ਕਰ ਸਕਦੇ ਤਾਂ ਉਹਨਾਂ ਨੂੰ ਕਿੱਥੇ ਰੱਖਿਆ ਜਾਏਗਾ? ਤਰਨ ਅੱਧਾ ਗਲਾਸ ਪਾਣੀ ਦਾ ਜਿਹੜਾ ਹੁੰਦਾ ਹੈ ਨਾ
ਉਹ ਅਸੀਂ ਅੱਧਾ ਪਿਆਸ ਬੁਝਾਉਣ ਦਾ ਵੀ ਕੰਮ ਕਰ ਸਕਦੇ, ਉੱਤਲੇ ਵਾਲੇ ਨੂੰ ਵੀ ਦੇਖ ਸਕਦੇ। ਤਾਂ ਐਬਸੋਲੂਟਲੀ ਜਦੋਂ ਵੀ ਅਸੀਂ ਕੋਇਨ ਫਲਿਪ ਕਰਦੇ ਹਾਂ, ਹੈਡਸ ਤੇ ਟੇਲਸ, ਦੋ ਸਾਈਡਸ ਆਫ ਦਾ ਕੋਇਨ ਹਮੇਸ਼ਾ ਹੀ ਹੁੰਦੇ ਨੇ। ਸੋ ਐਬਸੋਲੂਟਲੀ ਇਸ ਟਾਈਮ ਤੇ ਹਾਊਸਿੰਗ ਕ੍ਰਾਈਸਿਸ ਬਣਿਆ ਹੋਇਆ ਹੈ। ਇਸੇ ਕਰਕੇ ਇਮੀਗ੍ਰੇਸ਼ਨ ਮਿਨਿਸਟਰ ਨੇ ਸਟੇਟਮੈਂਟ ਵੀ ਦਿੱਤੀ ਹੈ ਕਿ ਅਸੀਂ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਮੈਕਸਿਮਮ ਇਮੀਗ੍ਰੇਸ਼ਨ ਦੇ ਰਹੇ ਹਾਂ, ਦੇ ਆਰ all on temporary residence, most of them are already in Canada. So ਅਸੀਂ work permits ਤੇ ਗੱਲ ਕਰ ਲਈਏ, ਸਟੂਡੈਂਟਸ ਦੀ ਗੱਲ ਕਰ ਲਈਏ, ਉਹ ਤੇ ਪਹਿਲੇ ਹੀ ਕੈਨੇਡਾ ਦੀ ਪੋਪੂਲੇਸ਼ਨ ਦੇ ਵਿੱਚ ਬੈਠੇ ਹੋਏ ਨੇ। ਸੋ ਉਹ ਅਸੀਂ ਉਹਨਾਂ ਨੂੰ ਪਰਮਨੈਂਟ ਰੈਜ਼ੀਡੈਂਸੀ ਗ੍ਰਾਂਟ ਕਰ ਰਹੇ ਹਾਂ। ਸੋ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਮੀਗ੍ਰੈਂਟਸ ਵੀ ਆ ਰਹੇ ਨੇ, ਦੇ ਆਰ ਆਲਸੋ ਕਮਿੰਗ ਲੋਡਡ ਵਿਦ ਮਨੀ। ਸੋ ਉਹ ਆ ਕੇ ਉਹਨਾਂ ਨੂੰ ਕਰ ਲੈਣ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ। ਐਂਡ ਮੈਂ ਤੇ ਇਹੋ ਜਿਹੇ ਵੀ ਐਪਲੀਕੈਂਟਸ ਦੇਖੇ ਹੈਗੇ ਨੇ ਜਿਨ੍ਹਾਂ ਨੇ ਆ ਕੇ ਆਂਦੇ ਹੀ 3.5 ਮਿਲੀਅਨ ਦੇ ਘਰ ਲਿੱਤੇ ਹੈਗੇ ਨੇ। ਸਰ ਜਿਵੇਂ ਤੁਸੀਂ ਉਹਨੇ ਗੱਲ ਕੀਤੀ ਹੈ, ਥੋੜਾ ਜਿਹਾ ਜੇ ਇਹਨੂੰ ਆਪਾਂ ਗਰਾਊਂਡ ਰਿਐਲਿਟੀ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਇੱਥੇ ਜ਼ਿਆਦਾਤਰ ਟ੍ਰੇਡਸ ਜਾਂ ਫਿਰ ਸਕਿੱਲਸ ਵਾਲੀਆਂ ਜੌਬਸ ਜਿਹੜੀਆਂ ਕਰ ਰਹੇ ਨੇ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ। ਪਰ ਜੇ 4.5 ਲੱਖ ਤੋਂ 5 ਲੱਖ ਦੀ ਗੱਲ ਕੀਤੀ ਜਾਵੇ, ਜੇ ਹਰ ਸਾਲ ਤੁਸੀਂ ਟੀਚਰ ਰੱਖ ਰਹੇ ਹੋ ਤਾਂ ਉਹਦੇ ਵਿੱਚ ਕਿੰਨੇ ਸਟੂਡੈਂਟਸ ਜਾਂ ਇੱਥੇ ਇਮੀਗ੍ਰੈਂਟਸ ਹੈਗੇ ਜਿਹੜੇ ਇੰਨੀਆਂ ਜੌਬਸ ਦੇ ਵਿੱਚ ਹੈਗੀਆਂ ਨੇ। ਵੱਡੀ ਗਿਣਤੀ ਵਿੱਚ ਬਾਹਰੋਂ ਵੀ ਬੁਲਾਇਆ ਜਾ ਰਿਹਾ, ਆਲਰੇਡੀ ਟੈਂਪਰੇਰੀ ਰੈਜ਼ੀਡੈਂਸ ਵੀਜ਼ਾਸ ਦੇ ਉੱਤੇ ਵੀ ਬਹੁਤ ਸਾਰੇ ਲੋਕ ਆ ਰਹੇ ਨੇ ਤੇ ਸਭ ਨੂੰ ਰਹਿਣ ਲਈ ਵੀ ਘਰ ਚਾਹੀਦੇ ਆ। ਸਿਟੀ ਦੇ ਉੱਤੇ ਵੀ ਇਸ ਚੀਜ਼ ਦਾ ਬੋਝ ਪੈਂਦਾ ਆ, ਪਰ ਇਸ ਸਭ ਨਾਲ ਨਜਿੱਠਣ ਲਈ ਗਵਰਨਮੈਂਟ ਕੀ ਕਰ ਰਹੀ ਹੈ? ਤਰਨ ਜੀ ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰੂੰਗਾ ਕਿ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਗਵਰਨਮੈਂਟ ਕੀ ਕਰ ਰਹੀ ਹੈ, ਗਵਰਨਮੈਂਟ ਕੀ ਇਨੀਸ਼ੀਏਟਿਵਸ ਲੈ ਰਹੀ ਹੈ, ਐਂਡ ਉਹਦੇ ਟੈਕਸਸ ਵੀ ਵਧ ਰਹੇ ਨੇ, ਸਾਰੀ ਚੀਜ਼ਾਂ ਵਧ ਰਹੀਆਂ। ਐਬਸੋਲੂਟਲੀ ਦੇयर ਇਜ਼ ਨੋ ਡਿਨਾਈਂਗ ਦ ਫੈਕਟ। ਈਵਨ ਰੀਸੈਂਟ BMO ਨੇ ਇੱਕ ਐਨਾਲਿਸਿਸ ਕੀਤਾ ਹੈਗਾ, ਉਹਨਾਂ ਨੇ ਇੱਕ ਐਨਾਲਿਸਿਸ ਕਰਕੇ ਦੱਸਿਆ ਕਿ ਫॉर 1% ਰਾਈਜ਼ ਇਨ ਪੋਪੂਲੇਸ਼ਨ ਹਾਊਸਿੰਗ ਪ੍ਰਾਈਸਿਸ 3% ਵਧਦੀਆਂ ਹੈਗੀਆਂ। ਰਾਈਟ, ਸੋ ਇਹ ਉਹਨਾਂ ਦਾ BMO ਨੇ ਇੱਕ ਐਨਾਲਿਸਿਸ ਕੀਤਾ, ਉਹਦੀ ਸਟੇਟਮੈਂਟ ਹੈਗੀ ਹੈ। ਹੁਣ ਕੈਨੇਡਾ ਦੇ ਵਿੱਚ ਤਰਨ ਜੀ ਜਦੋਂ ਹਰ 5 ਬੰਦਿਆਂ ਪਿੱਛੇ ਘੱਟੋ ਘੱਟ 1.5 ਤੋਂ ਪੌਣੇ 2 ਬੰਦੇ ਰਿਟਾਇਰ ਹੋਣ ਜਾ ਰਹੇ ਆ ਅਗਲੇ 10 ਸਾਲਾਂ ਦੇ ਵਿੱਚ। ਸੋ ਆਲਮੋਸਟ 25% ਪੋਪੂਲੇਸ਼ਨ ਸਾਡੀ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਜਿਹੜੀ ਅਗਲੇ 10 ਸਾਲਾਂ ਦੇ ਅੰਦਰ, ਅਗਲੇ 7 ਸਾਲਾਂ ਦੇ ਅੰਦਰ ਰਿਟਾਇਰ ਹੋਣ ਜਾ ਰਹੀ। ਬੇਬੀ ਬੂਮਰਸ ਹੈਗੇ ਨੇ, ਉਸ ਸਟੇਜ ਦੇ ਵਿੱਚ ਆ ਚੁੱਕੇ ਨੇ। ਸੋ ਉਸ ਵਰਕਿੰਗ ਜਿਹੜਾ ਟੈਕਸ ਪੇਅਰਸ ਹੈਗਾ ਉਹ ਹੈਗਾ ਵਰਕਿੰਗ ਪੋਪੂਲੇਸ਼ਨ। ਜਦੋਂ ਵਰਕਿੰਗ ਪੋਪੂਲੇਸ਼ਨ ਸਾਡੀ ਘਟਦੀ ਹੈਗੀ ਹੈ ਤੇ ਅਸੀਂ ਖਤਰੇ ਦੇ ਨਿਸ਼ਾਨ ਦੇ ਵਿੱਚ ਆ ਜਾਂਦੇ ਹਾਂ। ਸੋ ਮਤਲਬ ਟੈਕਸ ਘੱਟ ਆਏਗਾ, ਉਹਦੇ ਨਾਲ ਅਸੀਂ ਜਿਹੜੇ ਗਵਰਨਮੈਂਟ ਦੇ ਬੈਨੀਫਿਟਸ ਹੈਗੇ ਨੇ, ਹੈਲਥ ਕੇਅਰ, ਐਜੂਕੇਸ਼ਨ, ਉਹ ਵੀ ਨਹੀਂ ਦੇ ਪਾਵਾਂਗੇ। ਸੋ ਉਹ ਸਹੂਲਤਾਂ ਦੇਣ ਵਾਸਤੇ ਵੀ ਸਾਨੂੰ ਵੀ ਨੀਡ ਮੋਰ ਵਰਕਿੰਗ ਪੀਪਲ ਟੂ ਕਮ ਇਨ ਟੂ ਕੈਨੇਡਾ। ਸੋ ਗਵਰਨਮੈਂਟ ਦਾ ਟਾਰਗੇਟ ਹੈਗਾ ਹੈ ਕਿ ਉਹ ਵਰਕਿੰਗ ਪੋਪੂਲੇਸ਼ਨ ਨੂੰ ਅਸੀਂ ਮੇਨਟੇਨ ਕਰਕੇ ਰੱਖੀਏ। ਸੋ ਉਹਦੇ ਵਾਸਤੇ ਜਿਹੜੀ ਵਰਕਿੰਗ ਏਜ ਹੈਗੀ ਉਹ 20 ਸਾਲ ਤੋਂ ਲੈ ਕੇ 40 ਸਾਲ ਇਜ਼ ਅ ਨਾਰਮਲ ਏਜ, ਜਿੱਥੇ ਵਿੱਚ ਮੈਕਸਿਮਮ ਤੁਸੀਂ 10 ਤੋਂ 20 ਸਾਲ ਜਾਂ 30 ਸਾਲ ਦਾ ਗਵਰਨਮੈਂਟ ਟਾਰਗੇਟ ਲੱਗੇ ਕਿ 15 ਸਾਲ 20 25 ਸਾਲ 35 ਸਾਲ ਇਹਨਾਂ ਦੀ ਵਰਕਿੰਗ ਏਜ ਹੈਗੀ ਹੈ। ਸੋ 35 ਸਾਲ ਐਕਸਪੈਕਟ ਕੀਤਾ ਜਾਂਦਾ ਕਿ ਉਹ ਟੈਕਸ ਪੇ ਕਰਨਗੇ। ਸੋ ਉਹਦੇ ਉੱਤੇ ਗਵਰਨਮੈਂਟ ਦਾ ਅੱਜ ਦੀ ਤਰੀਕ ਦੇ ਵਿੱਚ ਟਾਰਗੇਟ ਹੈਗਾ ਕਿ ਅਸੀਂ ਉਹ ਪੋਪੂਲੇਸ਼ਨ ਨੂੰ ਟਾਰਗੇਟ ਕਰੀਏ, ਉਹ ਆਕੂਪੇਸ਼ਨ ਜਿਹੜੇ ਇਹਨੂੰ ਟੈਕਸ ਦੇਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ। ਤੁਸੀਂ ਜਿਵੇਂ ਇਸ ਦੀ ਗੱਲ ਕੀਤੀ ਹੈ ਤਾਂ ਇਸ ਵਕਤ ਇਹ ਬਣਿਆ ਹੋਇਆ ਕਿ ਕੈਨੇਡਾ ਨੇ ਸਿਰਫ ਇਮੀਗ੍ਰੇਸ਼ਨ ਦੇ ਜ਼ਰੀਏ ਹੀ ਇੱਕ ਆਪਣੀ ਜਿਹੜੀ ਇਕਨੋਮੀ ਉਹਨੂੰ ਬੂਸਟ ਕਰਨ ਵੱਲ ਧਿਆਨ ਦਿੱਤਾ ਹੋਇਆ, ਬਾਕੀ ਪਾਸੇ ਵੱਲ ਨਹੀਂ। ਇਸ ਵਕਤ ਦੇਖੀਏ, ਤੁਸੀਂ ਵੀ ਗੱਲ ਕਰ ਰਹੇ ਹੋ, ਹਮੇਸ਼ਾ ਦੱਸਦੇ ਹੋ ਕਿ $22 ਬਿਲੀਅਨ ਦੀ ਘੱਟੋ ਘੱਟ ਇੰਡਸਟਰੀ ਹੈਗੀ ਇੰਟਰਨੈਸ਼ਨਲ ਸਟੂਡੈਂਟਸ ਦੀ, ਤੇ ਇੰਟਰਨੈਸ਼ਨਲ ਸਟੂਡੈਂਟਸ ਲਈ ਇੱਥੇ ਫੈਸਿਲਿਟੀਜ਼ ਦੇ ਨਾਮ ਦੇ ਉੱਤੇ ਕੀ ਦਿੱਤਾ ਜਾ ਰਿਹਾ? ਪਿਓਰਸ ਕੈਂਪਸ ਦੇ ਵੱਲੋਂ ਅਚਾਨਕ ਜਿਹੜਾ ਹੈ ਉਹਨਾਂ ਦੀਆਂ ਆਫਰ ਲੈਟਰਸ ਜਿਹੜੀਆਂ ਰਿਵੋਕ ਕਰ ਦਿੱਤੀਆਂ ਜਾਂਦੀਆਂ। ਪਿਛਲੇ ਸਾਲ ਐਲਫਾ ਕਾਲਜ ਵੱਲੋਂ ਐਵੇਂ ਦਾ ਮਾਮਲਾ ਸਾਹਮਣੇ ਆਇਆ ਸੀ। ਸਟੂਡੈਂਟਸ ਦੇ ਲਈ ਨਾ ਤਾਂ ਕੋਈ ਹਾਊਸਿੰਗ ਸਿਸਟਮ ਇੱਥੇ ਹੈਗਾ, 2-2 ਕਾਲਜਸ ਦੇ ਕਮਰੇ ਖੋਲ ਕੇ ਤੇ ਇੱਥੇ ਉਹਨਾਂ ਨੂੰ ਐਡਮਿਸ਼ਨਸ ਦਿੱਤੀਆਂ ਜਾ ਰਹੀਆਂ ਨੇ। ਨਾ ਮਿਊਨਿਸਪਲ, ਨਾ ਪ੍ਰੋਵਿੰਸ਼ੀਅਲ ਤੇ ਨਾ ਹੀ ਫੈਡਰਲ ਗਵਰਨਮੈਂਟ ਇਸ ਲੈਵਲ ਦੇ ਉੱਤੇ ਕੋਈ ਕੰਮ ਕਰ ਰਹੀ ਹੈ। ਸਟੂਡੈਂਟਸ ਆ ਰਹੇ ਨੇ, ਬਿਲੀਅਨਸ ਆਫ ਡਾਲਰਸ ਦਾ ਇਕਨੋਮੀ ਦੇ ਵਿੱਚ ਯੋਗਦਾਨ ਪਾ ਰਹੇ ਨੇ, ਇੱਥੇ ਕੰਮ ਵੀ ਕਰ ਰਹੇ ਨੇ, ਟੈਕਸ ਵੀ ਪੇ ਕਰ ਰਹੇ ਨੇ, ਬਟ ਸਹੂਲਤਾਂ ਦੇ ਨਾਮ ਦੇ ਉੱਤੇ ਉਹਨਾਂ ਨੂੰ ਕੀ ਦਿੱਤਾ ਜਾ ਰਿਹਾ? ਤਰਨ ਜੀ, ਜਦੋਂ ਵੀ ਦੁਨੀਆ ਦੇ ਵਿੱਚ ਕੁਝ ਇੱਕ ਚੰਦ ਕੰਟਰੀਜ਼ ਹੈਗੀਆਂ ਜਿਹੜੀਆਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਟਰੈਕਟ ਕਰਦੀਆਂ ਹੈਗੀਆਂ। ਮੈਕਸਿਮਮ ਸਟੂਡੈਂਟਸ ਅੱਜ ਦੀ ਤਰੀਕ ਦੇ ਵਿੱਚ ਤਕਰੀਬਨ ਜਿਹੜੇ ਅਟਰੈਕਟ ਹੁੰਦੇ ਨੇ 1.3-1.4 ਮਿਲੀਅਨ ਦੇ ਆਸ-ਪਾਸ, ਉਹ US ਨੂੰ ਅਟਰੈਕਟ ਹੁੰਦੇ ਨੇ। ਉਸ ਤੋਂ ਬਾਅਦ ਸੈਕੰਡ ਕੰਟਰੀ ਇਜ਼ ਕੈਨੇਡਾ ਐਟ ਦਿਸ ਮੋਮੈਂਟ। ਕੈਨੇਡਾ ਇਜ਼ ਅਨਦਰ ਅ ਬਿਗ ਫੀਚਰ ਅਟਰੈਕਸ਼ਨ ਹੈਗਾ ਸਟੂਡੈਂਟਸ ਵਾਸਤੇ। ਤੇ ਉਸ ਤੋਂ ਬਾਅਦ ਬਾਕੀ ਕੰਟਰੀਜ਼ ਹੈਗੀਆਂ ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਦੈਨ ਯੂਰੋਪੀਅਨ ਕੰਟਰੀਜ਼, UK ਆ ਜਾਂਦਾ ਤੇ ਯੂਰੋਪੀਅਨ ਕੰਟਰੀਜ਼ ਆ ਜਾਂਦੀਆਂ। ਐਂਡ ਤੁਹਾਨੂੰ ਯਾਦ ਹੋਏਗਾ ਈਵਨ ਪਿੱਛੇ ਜਦੋਂ ਯੂਕਰੇਨ ਦੇ ਵਿੱਚ ਵੀ ਅਟੈਕ ਹੋਇਆ ਤਾਂ ਵੀ ਇੰਡੀਅਨ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਉੱਥੋਂ 에ਅਰਲਿਫਟ ਕਰਕੇ ਉਹਨਾਂ ਨੂੰ ਸੇਫ ਪੈਸੇਜ ਦਿੱਤਾ ਗਿਆ ਸੀਗਾ। ਸੋ ਜਿਹੜਾ ਮਾਈਗ੍ਰੇਸ਼ਨ ਹੈਗਾ ਨਾ ਤਰਨ, ਉਹ ਹਮੇਸ਼ਾ ਦਾ ਇੱਕ ਪੁਰਾਣਾ ਪ੍ਰੋਸੈਸ ਤੁਰਿਆ ਆਉਂਦਾ ਹੈਗਾ। ਤੁਸੀਂ ਦੇਖੋ ਤੁਹਾਡੇ ਬਜ਼ੁਰਗ ਜਾਂ ਸਾਡੇ ਬਜ਼ੁਰਗ ਉਹ ਕਿੱਥੋਂ ਚੱਲੇ ਸੀਗੇ? ਪਹਿਲੇ ਅਨਡਿਵਾਈਡਡ ਇੰਡੀਆ ਸੀਗਾ, ਅਨਡਿਵਾਈਡਡ ਇੰਡੀਆ ਤੋਂ ਇੰਡੀਆ ਆਏ, ਇੰਡੀਆ ਵਾਲੇ ਪਾਕਿਸਤਾਨ ਦੇ ਵਿੱਚ ਮੂਵ ਹੋਏ। ਉਸ ਤੋਂ ਬਾਅਦ ਉਹੀ ਲੋਕੀ ਦੁਬਾਰਾ ਉਹਨਾਂ ਦੇ ਨੈਕਸਟ ਜਨਰੇਸ਼ਨ ਨੇ ਪੰਗਾ ਲੈ ਲਿਆ ਕਿ ਕੈਨੇਡਾ
ਜਾਣ ਦਾ। ਸੋ ਮਾਈਗ੍ਰੇਸ਼ਨ ਇਜ਼ ਐਨ ਐਵਰ ਗਰੋਇੰਗ ਪ੍ਰੋਸੈਸ, ਇਹ ਹਮੇਸ਼ਾ ਚੱਲਦਾ ਰਿਹਾ, ਚੱਲਦਾ ਰਹੇਗਾ। ਐਂਡ ਜਿਹੜੇ ਓਨਟਾਰੀਓ ਅੱਗੇ ਵੱਧ ਜਾਂਦੇ ਨੇ ਉਹ ਫਿਰ ਨੋਵਾ ਸਕੋਸ਼ੀਆ ਵਾਲੇ ਪਾਸੇ ਤੁਰ ਪੈਂਦੇ ਨੇ, ਆਪਣੇ ਆਪ ਨੂੰ ਐਕਸਪੈਂਸ਼ਨ ਕਰਨ ਵਾਸਤੇ। ਸੋ ਆਪਣੀ ਗਰੋਥ ਨੂੰ ਹਰ ਆਦਮੀ ਟਾਰਗੇਟ ਕਰਕੇ ਚੱਲਦਾ ਹੈਗਾ ਜੀ। ਗੱਲ ਕਰਾਂਗੇ, ਸਾਡੇ ਨਾਲ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਇਥੋਂ ਬ੍ਰਮਟਨ ਤੋਂ ਬੋਲ ਰਹੀ ਹਾਂ। ਪੇਰੈਂਟਸ ਦਾ ਪੀਆਰ ਦਾ ਲੋਟਰੀ ਦਾ ਪੁੱਛਣਾ ਸੀ ਕਿ ਕਦੋਂ ਓਪਨ ਹੋਣੀ ਆ, ਤੇ ਜਿਨ੍ਹਾਂ ਨੇ 2020 ਵਿੱਚ ਪਾਈ ਸੀ ਤੇ ਉਹਨਾਂ ਦੀ ਨਹੀਂ ਨਿੱਜੇ ਡਰਾ ਹੋਈ ਤਾਂ ਉਹ ਉਹੀ ਚੱਲੂਗੀ ਜਾਂ ਦੁਬਾਰਾ ਤੋਂ ਪਾਣੀ ਪਊਗੀ? ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਜੀ ਸਰ। ਪੇਰੈਂਟਸ ਦੀ ਐਪਲੀਕੇਸ਼ਨ। ਓਕੇ ਤਰਨ ਜੀ, ਅਕਤੂਬਰ ਦੇ ਵਿੱਚ ਵੀ ਵਿਲ ਹੈਵ ਮੋਰ ਨਿਊਜ਼ ਔਨ ਦਿਸ। ਇਸ ਸਾਲ 2023 ਦੇ ਵਿੱਚ 28500 ਐਪਲੀਕੇਸ਼ਨਾਂ ਲਿੱਤੀਆਂ ਜਾਣੀਆਂ ਹੈਗੀਆਂ। ਨੈਕਸਟ ਈਅਰ ਦਾ ਜਿਹੜਾ ਟਾਰਗੇਟ ਹੈਗਾ 34000 ਐਪਲੀਕੇਸ਼ਨ ਦਾ। 2025 ਦਾ ਜਿਹੜਾ ਟਾਰਗੇਟ ਹੈਗਾ ਉਹ 36000 ਐਪਲੀਕੇਸ਼ਨਸ ਦਾ ਹੈਗਾ। ਸੋ ਇਹ ਟਾਰਗੇਟ ਹੈਗਾ ਜੀ। ਹਾਲੇ ਕੋਈ ਅਪਡੇਟ ਨਹੀਂ ਹੈਗੀ ਕਿ ਪੁਰਾਣੇ ਪੂਲ ਦੇ ਵਿੱਚੋਂ ਐਪਲੀਕੇਸ਼ਨਸ ਲਿੱਤੀਆਂ ਜਾਣਗੀਆਂ ਕਿ ਨਵੀਆਂ ਐਪਲੀਕੇਸ਼ਨਸ ਲਿੱਤੀਆਂ ਜਾ ਸਕਦੀਆਂ। ਬਟ ਮੈਂ ਇੱਕੋ ਚੀਜ਼ ਕਹੂੰਗਾ ਕਿ you should be working on the new applications and there is a very strong likelihood ਕਿ ਨਵੀਆਂ expression of interest ਲਿੱਤੇ ਜਾਣਗੇ। ਸੋ ਤੁਸੀਂ ਆਪਣੀ ਤਿਆਰੀ ਰੱਖੋ ਜੇ ਤੁਹਾਡੇ ਬੱਚੇ ਜਾਂ ਤੁਸੀਂ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ। ਸਰ ਜਿਵੇਂ ਤੁਸੀਂ ਗੱਲ ਕੀਤੀ ਆ, ਥੋੜਾ ਜਿਹਾ ਜੇ ਸਟੂਡੈਂਟਸ ਦੇ ਉੱਤੇ ਆਈਏ ਫੋਕਸ ਕਰੀਏ ਤਾਂ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਇਸ ਵਕਤ ਚਲੋ ਨੈਕਸਟ ਈਅਰ ਦਸੰਬਰ ਤੱਕ ਤਾਂ ਉਹਨਾਂ ਦੇ ਕੋਲ ਵਰਕ ਪਰਮਿਟ ਹੈਗੇ ਨੇ, ਪਰ ਜਿਸ ਤਰੀਕੇ ਨਾਲ ਹਜੇ ਫੋਕਸ ਜਿਹੜਾ ਸਕਿਲਡ ਜਾਂ ਫਿਰ ਇਨ ਡਿਮਾਂਡ ਜੌਬਸ ਦੇ ਉੱਤੇ ਹੈਗਾ, ਉਹਨਾਂ ਦੇ ਲਈ ਪੀਆਰ ਦੇ ਆਪਸ਼ਨਸ ਦਾ ਕੀ ਰਾਹ ਬਣ ਸਕਦਾ ਆ? ਤਰਨ ਜੀ ਦੇਖੋ ਥੋੜਾ GTA ਦਾ ਮੋਹ ਛੱਡਣਾ ਪੈਣਾ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜੇ ਤੇ ਟੋਰਾਂਟੋ ਦੇ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ ਬੈਠੇ ਹੋਏ ਨੇ। ਬਿਕੋਜ਼ ਅੱਜ ਵੀ ਬਹੁਤ ਸਾਰੀ ਮਿਊਨਿਸਪੈਲਿਟੀਜ਼ ਹੈਗੀਆਂ ਅਕ੍ਰੋਸ ਓਨਟਾਰੀਓ, ਅਸੀਂ ਬਾਹਰ ਪ੍ਰੋਵਿੰਸ ਦੀ ਵਾਲੇ ਗੱਲ ਹੀ ਨਹੀਂ ਕਰਦੇ, ਜਿਹੜੇ ਆ ਅੱਜ ਵੀ ਡਰਾਸਟਿਕਲੀ ਦੇ ਆਰ ਸ਼ਾਰਟ ਆਫ ਵਰਕਰਸ ਐਟ ਦਿਸ ਮੋਮੈਂਟ। ਸਾਡਾ ਕੀ ਹੁੰਦਾ ਕਿ ਅਸੀਂ ਰਹਿਣਾ ਵੀ GTA ਦੇ ਵਿੱਚ ਹੈਗਾ, ਕੰਪਲੇਂਟ ਵੀ ਇੱਥੇ ਹੀ ਕਰਨੀ ਹੈਗੀ ਹੈ। ਤਾਂ ਆਪਣੇ ਬੱਚਿਆਂ ਨੂੰ ਕਹੋ ਕਿ ਆਊਟ ਆਫ GTA ਮੂਵ ਕਰਨ ਦਾ ਸੋਚਣ, ਜਾ ਕੇ ਐਕਸਪਲੋਰ ਕਰਨ ਆਪਸ਼ਨਸ, ਐਂਡ ਆਰਾਮ ਦੇ ਨਾਲ ਉਹਨਾਂ ਦੀ ਪੀਆਰ ਦੀਆਂ ਆਪਸ਼ਨਸ ਵੀ ਐਗਜ਼ਿਸਟ ਕਰਦੀਆਂ। ਇਹ ਤੇ ਹੋ ਗਈ ਓਨਟਾਰੀਓ ਤੋਂ ਸਿਰਫ 2-4 ਘੰਟੇ ਬਾਹਰ ਨਿਕਲਣ ਦੀ ਗੱਲ। ਉਸ ਤੋਂ ਬਾਅਦ ਜੇ ਇਸ ਤੋਂ ਜ਼ਿਆਦਾ ਬਾਹਰ ਨਿਕਲਣਾ ਚਾਹੁੰਦੇ ਹੋ ਤੇ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਐਲਬਰਟਾ ਦੇ ਵਿੱਚ ਰੂਰਲ ਪ੍ਰੋਗਰਾਮਸ ਹੈਗੇ ਨੇ, ਆਰਾਮ ਨਾਲ ਤੁਸੀਂ ਪੀਆਰ ਵਾਸਤੇ ਕੁਆਲੀਫਾਈ ਹੋ ਸਕਦੇ ਹੋ। ਬਟ ਅਗੇਨ ਤੁਹਾਨੂੰ ਇੱਕ ਆਪਣਾ ਸਾਥ ਦਾ ਮਾਹੌਲ ਛੱਡਣਾ ਪਏਗਾ ਕਿ ਮੈਂ ਬਾਹਰ ਨਿਕਲਾਂ ਤੇ ਮੈਨੂੰ ਪੰਜਾਬੀ ਨਜ਼ਰ ਆਉਣੇ ਚਾਹੀਦੇ, ਮੈਨੂੰ ਸਾਊਥ ਏਸ਼ੀਅਨਸ ਨਜ਼ਰ ਆਉਣੇ ਚਾਹੀਦੇ। ਉਹ ਜਦ ਤੱਕ ਮੋਹ ਨਹੀਂ ਛੱਡਦੇ ਤੁਸੀਂ ਤਾਂ ਤੱਕ ਇਟ ਮਾਈਟ ਬੀ ਡਿਫਿਕਲਟ ਫॉर ਯੂ ਟੂ ਗੈਟ ਅ ਜੌਬ ਜਿਹੜੀ ਤੁਹਾਨੂੰ ਪੀਆਰ ਵਾਸਤੇ ਕੁਆਲੀਫਾਈ ਕਰਾ ਸਕੇ। ਬਟ ਉਸ ਤੋਂ ਬਾਵਜੂਦ ਵੀ ਅੱਜ ਦੀ ਤਰੀਕ ਦੇ ਵਿੱਚ ਤਰਨ ਜੀ ਤਕਰੀਬਨ 8.5 ਲੱਖ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਹੈਗੇ। ਲਾਸਟ ਈਅਰ 5.5 ਲੱਖ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਲੈਂਡ ਕੀਤਾ, ਜਿਸ 'ਚ ਤਕਰੀਬਨ 2,26,000 ਸਟੂਡੈਂਟ ਸਿਰਫ ਇੰਡੀਆ ਤੋਂ ਆਇਆ ਹੈ ਜੀ। ਸੈਕਿੰਡ ਇਜ਼ 52,000 ਜਿਹੜਾ ਚਾਈਨਾ ਨੇ ਚਾਈਨੀਜ਼ ਸਟੂਡੈਂਟਸ ਹੈਗਾ। ਸੋ ਪਹਿਲੀ 10 ਕੰਟਰੀਜ਼ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਇੰਨਾ ਕੁ ਡਰਾਸਟਿਕ ਫਰਕ ਹੈ ਫਸਟ ਤੇ ਸੈਕਿੰਡ ਦੇ ਵਿੱਚ ਹੀ, ਕਿਉਂਕਿ ਸਾਡੇ ਇੰਡੀਆ ਦੇ ਵਿੱਚ ਖਾਸ ਕਰ ਕੁਝ ਸਟੇਟਸ ਦੇ ਵਿੱਚ, ਪੰਜਾਬ ਦੀ ਗੱਲ ਕਰ ਲਈ ਅਸੀਂ ਗੁਜਰਾਤ ਦੀ ਗੱਲ ਕਰ ਲਈ, ਅਸੀਂ ਆਂਧਰਾ ਪ੍ਰਦੇਸ਼ ਦੀ ਗੱਲ ਕਰ ਲਈ, ਆਹ 3 ਸੂਬੇ ਇਹੋ ਜਿਹੇ ਹੈਗੇ ਨੇ ਜਿੱਥੇ ਬੱਚੇ ਨੂੰ ਪੈਦਾ ਹੁੰਦੇ ਜਿਹੜੀ ਗੁੜਤੀ ਦਿੱਤੀ ਜਾਂਦੀ ਹੈ ਕਿ ਤੂੰ ਬਾਹਰ ਜਾਣਾ, ਕੈਨੇਡਾ ਜਾਣਾ, ਤੇਰੇ ਵਾਸਤੇ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ। ਸੋ ਉਹ ਗੁੜਤੀ ਜਦ ਤੱਕ ਰਹੇਗੀ ਤੇ ਕੈਨੇਡਾ ਦਾ ਮੋਹ ਬਣਿਆ ਰਹੇਗਾ। ਐਂਡ ਕੈਨੇਡਾ ਇਜ਼ ਮੋਰ ਆਫ ਐਨ ਐਕਸਟੈਂਸ਼ਨ ਆਫ ਅ ਪੰਜਾਬ ਨਾਓ। ਬਹੁਤ ਸਾਰੇ ਏਰੀਆਸ ਤੁਸੀਂ ਇਹੋ ਜਿਹੇ ਹੈਗੇ ਨੇ ਜਿੱਥੇ ਡੋਮੀਨੇਟ ਹੁੰਦੇ ਆ ਤੇ ਅਸੀਂ ਉਹ ਮਾਹੌਲ ਹੀ ਨਹੀਂ ਛੱਡਣਾ ਚਾਹੁੰਦੇ। ਅਸੀਂ ਇਹ ਨਹੀਂ ਸਮਝਣਾ ਚਾਹੁੰਦੇ ਕਿ ਅਸੀਂ ਕੈਨੇਡਾ ਆਏ ਹਾਂ, ਅਸੀਂ ਕੈਨੇਡਾ ਨੂੰ ਆਪਣਾ ਕੰਟਰੀ ਬਣਾਉਣਾ, ਅਸੀਂ ਕੈਨੇਡਾ ਨੂੰ ਚੇਂਜ ਕਰਨਾ ਚਾਹੁੰਦੇ ਹਾਂ। ਕੈਨੇਡਾ ਦਾ ਕਲਚਰ ਚੇਂਜ ਕਰਨ ਦੀ ਕੋਸ਼ਿਸ਼ ਨਾ ਕਰੋ, ਕੈਨੇਡਾ ਦੇ ਸਿਸਟਮ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰੋ। ਐਂਡ ਦੇਰ ਆਰ ਲੋਟ ਆਫ ਥਿੰਗਸ ਦਿਸ ਬਿਊਟੀਫੁਲ ਸਿਸਟਮ ਗਿਵਸ ਯੂ। ਤੁਸੀਂ ਮੈਨੂੰ ਪੁੱਛਿਆ ਸੀਗਾ ਕਿ ਕੈਨੇਡਾ ਦਿੰਦਾ ਕੀ ਹੈਗਾ ਬੱਚਿਆਂ ਨੂੰ। ਕੈਨੇਡਾ ਇਜ਼ ਸਟਿਲ ਵਨ ਆਫ ਦਾ ਮੋਸਟ ਸੌਟ ਆਫਟਰ ਕੰਟਰੀ in the world। ਹਾਂ, ਪਿਛਲੇ 10 ਸਾਲਾਂ ਨੂੰ ਲੈ ਲਈਏ, ਪਿਛਲੇ 15 ਸਾਲਾਂ ਨੂੰ ਲੈ ਲਈਏ, ਪਹਿਲੇ 5 ਪੋਜੀਸ਼ਨਸ ਦੇ ਵਿੱਚ ਕੈਨੇਡਾ ਹਮੇਸ਼ਾ ਲੈਂਡ ਕਰਦਾ ਰਿਹਾ ਤਰਨ ਜੀ। ਐਂਡ ਜਦੋਂ ਕੈਨੇਡਾ ਲੈਂਡ ਕਰਦਾ ਉਹ ਕਾਹਦੇ ਵਾਸਤੇ ਲੈਂਡ ਕਰਦਾ, ਉਹਨਾਂ ਫॉर द ਮੋਸਟ ਸੌਟ ਆਫਟਰ ਕੰਟਰੀ, ਬਿਕੋਜ਼ ਇੱਥੇ ਦੀ ਆਬੋ ਹਵਾ, ਇੱਥੋਂ ਦਾ ਪਾਣੀ, ਇੱਥੋਂ ਦੀ ਸਰਜ਼ਮੀਨ, ਉਸ ਤੋਂ ਬਾਅਦ ਇੱਥੋਂ ਦਾ ਮਲਟੀਕਲਚਰਲਿਜ਼ਮ, ਸੋ ਫ੍ਰੀ ਹੈਲਥ ਕੇਅਰ, ਇਹ ਸਾਰੀ ਫ੍ਰੀ ਐਜੂਕੇਸ਼ਨ ਟਿਲ ਗ੍ਰੇਡ 12, ਆਹ ਚੀਜ਼ਾਂ ਹੈਗੀਆਂ ਜਿਹੜੇ ਬੱਚਿਆਂ ਨੂੰ ਅਟਰੈਕਟ ਕਰਦੀਆਂ ਹੈਗੀਆਂ। ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰ ਰਹੇ ਸੀ, ਮੈਂ ਕਹਿ ਰਿਹਾ ਸੀ USA ਇਜ਼ ਨੰਬਰ 1 ਡੈਸਟੀਨੇਸ਼ਨ। ਕੈਨੇਡਾ ਲੋਕੀ ਕਿਉਂ ਆਉਂਦੇ ਨੇ? ਬਿਕੋਜ਼ USA ਦੇ ਵਿੱਚ ਆਪਣੇ PR ਲੈਣਾ ਜਾਂ ਗ੍ਰੀਨ ਕਾਰਡ ਲੈਣਾ ਜਾਂ ਸਿਟੀਜ਼ਨਸ਼ਿਪ ਲੈਣਾ, ਇਟ ਇਜ਼ ਨਾਟ ਈਜ਼ੀ, ਇਟ ਟੇਕਸ 15 to 18 years ਐਂਡ ਉਸ ਤੋਂ ਬਾਅਦ ਵੀ ਪਤਾ ਨਹੀਂ ਹੁੰਦਾ ਕਿ ਮਿਲੇਗੀ ਜਾਂ ਨਹੀਂ ਮਿਲੇਗੀ। ਕੈਨੇਡਾ ਦੇ ਵਿੱਚ ਗ੍ਰੇਡ 12 ਕਰਕੇ ਆ ਕੇ ਤੁਸੀਂ ਇੱਥੇ ਕੰਮ ਪੜ੍ਹਾਈ ਕਰਕੇ 1 ਸਾਲ ਜੌਬ ਕਰਕੇ PR ਵਾਸਤੇ ਕੁਆਲੀਫਾਈ ਕਰ ਜਾਂਦੇ ਹੋ। ਇੱਥੇ ਸੈਕਿੰਡ ਥਿੰਗ ਹੈਗਾ ਕਿ ਜਦੋਂ ਪੜ੍ਹਾਈ ਕਰ ਰਹੇ ਹੋ ਤੁਸੀਂ ਕੰਮ ਕਰਨ ਦੀ ਤੁਹਾਡੇ ਕੋਲ ਸਹੂਲਤ ਹੈਗੀ, ਤੁਸੀਂ ਅੱਜ ਦੀ ਤਰੀਕ ਤੱਕ ਫੁੱਲ ਟਾਈਮ ਬੱਚੇ ਕੰਮ ਕਰ ਰਹੇ ਨੇ। ਉਸ ਤੋਂ ਬਾਅਦ PR ਦੀ ਆਪਸ਼ਨਸ ਐਗਜ਼ਿਸਟ ਕਰ ਰਹੀਆਂ,
ਆਸਟ੍ਰੇਲੀਆ ਨਿਊਜ਼ੀਲੈਂਡ ਨੇ ਬੜਾ ਸਖਤ ਕਰ ਲਿਆ ਰਿਲੇਟਿਵਲੀ, ਯੂਕੇ ਦੇ ਵਿੱਚ ਵੀ ਸੇਮ ਹੋ ਗਿਆ, ਬਟ ਕੈਨੇਡਾ ਇਜ਼ ਅਗੇਨ ਵਨ ਸੱਚ ਕੰਟਰੀ ਜਿਹੜਾ ਤੁਹਾਨੂੰ ਸਿਟੀਜ਼ਨਸ਼ਿਪ ਆਫਰ ਕਰ ਰਿਹਾ। ਸੋ ਗ੍ਰੇਡ 12 ਵਾਲੇ ਬੱਚੇ ਨੂੰ ਜਿਹੜਾ ਗ੍ਰੇਡ 12 ਕਰਕੇ ਆ ਰਿਹਾ, ਕੁਝ 5.5 ਬੈਂਡ ਨਾਲ ਆ ਰਹੇ ਨੇ, ਆ ਕੇ ਪੀਆਰ ਵਾਸਤੇ ਕੁਆਲੀਫਾਈ ਹੋ ਰਹੇ ਨੇ, ਤੇ ਇਸ ਤੋਂ ਬੈਟਰ ਕੰਟਰੀ ਕੀ ਹੋ ਸਕਦਾ ਤਰ੍ਹਾਂ ਜੀ ਬਿਲਕੁਲ। ਸਾਨੂੰ ਇੱਕ ਦਰਸ਼ਕ ਜਿਹੜੇ ਆ ਸਵਾਲ ਪੁੱਛ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਜੇਕਰ ਕਿਸੇ ਨੇ ਸਪਾਊਸਲ ਸਪਾਂਸਰਸ਼ਿਪ ਲਈ ਅਪਲਾਈ ਕੀਤਾ ਹੋਵੇ ਤਾਂ ਕੀ ਐਪਲੀਕੈਂਟ ਨੂੰ ਜਾਂ ਉਸਦੇ ਪਾਰਟਨਰ ਨੂੰ ਕੈਨੇਡਾ ਦੇ ਵਿੱਚ ਇੱਥੇ ਜੈਨੂਇਨਨੈਸ ਮੈਰਿਜ ਦੇ ਦਿਖਾਉਣ ਲਈ ਪਾਸਪੋਰਟ ਦੇ ਉੱਤੇ ਨਾਲ ਸਪਾਊਸ ਦਾ ਨਾਮ ਹੋਣਾ ਜ਼ਰੂਰੀ ਹੈ? ਬਿਲਕੁਲ ਜੀ, ਸਪਾਊਸ ਦਾ ਨਾਮ ਹੋਣਾ ਕਦੀ ਵੀ ਦਿਸ ਇਜ਼ ਜਸਟ ਅ ਫਾਰਮੈਲਿਟੀ, ਐਂਡ ਜੈਨੂਇਨਨੈਸ ਆਫ ਰਿਲੇਸ਼ਨਸ਼ਿਪ ਤੁਹਾਡੀ ਇਕੱਲੇ ਨਾਮ ਪਾਸਪੋਰਟ ਦੇ ਉੱਤੇ ਨਾਮ ਆਉਣ ਦੇ ਨਾਲ ਨਹੀਂ ਆਉਂਦੀ ਜੀ। ਉਹਦੇ ਨਾਲ ਜੈਨੂਇਨਨੈਸ ਰਿਲੇਸ਼ਨਸ਼ਿਪ, ਤੁਹਾਡਾ ਰਿਲੇਸ਼ਨਸ਼ਿਪ ਕਿੰਨਾ ਪੁਰਾਣਾ, ਤੁਹਾਡੇ ਕੋਲ ਪ੍ਰੂਫਸ ਕਿੰਨੇ ਸਬਮਿਟ ਕਰ ਸਕਦੇ ਹੋ, ਪੁਰਾਣੀਆਂ ਪਿਕਚਰਸ ਕਿੰਨੀਆਂ ਸਬਮਿਟ ਕਰ ਸਕਦੇ ਹੋ, ਇਟਸ ਅ ਲਵ ਮੈਰਿਜ, ਇਟਸ ਅਰੇਂਜ ਮੈਰਿਜ, ਉਹ ਸਾਰੇ ਪ੍ਰੂਫਸ ਤੁਹਾਨੂੰ ਸਬਮਿਟ ਕਰਨੇ ਪੈਂਦੇ ਨੇ, ਐਂਡ ਉਹਦੇ ਨਾਲ ਤੁਸੀਂ ਆਪਣੀ ਚੈਟ ਹਿਸਟਰੀਜ਼ ਸਬਮਿਟ ਕਰ ਸਕਦੇ ਹੋ। ਸੋ ਪਾਸਪੋਰਟ ਦੇ ਉੱਤੇ ਨਾਮ ਹੋਵੇ ਜਾਂ ਨਾ ਹੋਵੇ, ਉਹ ਡਸ ਨਾਟ ਮੈਟਰ। ਜੀ ਬਿਲਕੁਲ। ਤੇ ਸਰ ਜਿਹੜਾ ਦਰਸ਼ਕ ਇਸ ਵਕਤ ਦੇਖ ਰਹੇ ਨੇ ਸਮਾਂ ਇਜਾਜ਼ਤ ਲੈਣ ਵੱਲ ਨੂੰ ਵੱਧ ਰਿਹਾ ਵਾ, ਕੀ ਕਹਿਣਾ ਚਾਹੋਗੇ ਅਖੀਰ 'ਚ? ਤੇ ਪੇਰੈਂਟਸ ਦੀ ਐਪਲੀਕੇਸ਼ਨਸ ਨੂੰ ਲੈ ਕੇ ਸਾਨੂੰ ਹੁਣ ਅੱਜ ਕੱਲ੍ਹ ਕਾਫੀ ਸਵਾਲ ਆ ਰਹੇ ਨੇ, ਕਿੰਨਾ ਕੁ ਜ਼ਰੂਰੀ ਹੈ ਇਸ ਵਕਤ ਸਾਰਾ ਕੁਝ ਰੈਡੀ ਕਰਕੇ ਰੱਖਣਾ, ਕਿਉਂਕਿ ਕਦੋਂ ਤੱਕ ਡਰਾ ਆਉਣ ਦੀ ਉਮੀਦ ਹੋ ਸਕਦੀ ਹੈ? ਤਰਨ ਜੀ, ਅਕਤੂਬਰ ਦੇ ਵਿੱਚ ਵੀ ਵਿਲ ਮੋਸਟ ਲਾਈਕਲੀ ਸਾਡੀ ਤੋਂ ਐਪਲੀਕੇਸ਼ਨਸ ਐਕਸੈਪਟ ਕੀਤੀਆਂ ਜਾਣਗੀਆਂ, ਐਕਸਪ੍ਰੈਸ਼ਨ ਆਫ ਇੰਟਰਸਟ ਲਿੱਤੇ ਜਾਣਗੇ। ਸੋ ਜਿੰਨੇ ਵੀ ਦੋਸਤ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰਨਾ ਚਾਹੁੰਦੇ ਨੇ, ਆਪਣੇ ਪਿਛਲੇ 3 ਸਾਲਾਂ ਦੇ ਆਪਣੇ ਹਸਬੈਂਡ ਵਾਈਫ ਦੇ ਨੋਟਿਸ ਆਫ ਅਸੈਸਮੈਂਟ ਨੂੰ ਜ਼ਰੂਰ ਕੰਸੀਡਰ ਕਰਕੇ ਰੱਖਣ, ਐਂਡ ਬਾਕੀ ਡਾਕੂਮੈਂਟੇਸ਼ਨਸ ਇਕੱਠੀ ਕਰਕੇ ਰੱਖਣ। ਜੇ ਕਿਸੇ ਕੰਸਲਟੈਂਟ ਲॉयर ਦੀ ਹੈਲਪ ਚਾਹੀਦੀ ਤੇ ਉਹਨਾਂ ਨਾਲ 1-on-1 ਅਪਾਇੰਟਮੈਂਟ ਬਣਾ ਕੇ ਤੁਸੀਂ ਜਾ ਕੇ ਡਿਸਕਸ ਕਰ ਸਕਦੇ ਹੋ। ਐਂਡ 28,500 ਐਪਲੀਕੇਸ਼ਨਸ ਐਸਾ ਲਿੱਤੀਆਂ ਜਾਣੀਆਂ। ਯੂ ਮਾਈਟ ਬੀ ਵਨ ਆਫ ਦੋਜ਼ ਲੱਕੀ ਵਨਸ, ਸੋ ਗੈਟ ਪ੍ਰੀਪੇਅਰਡ ਨਾਓ। ਐਂਡ ਤਰਨ ਜੀ, ਸਾਡੇ ਕੋਲ ਮੈਂ ਇੱਕੋ ਚੀਜ਼ ਫਿਰ ਕਹੂੰਗਾ ਕਿ ਕੋਈ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਇਆ ਐਂਡ ਲੁਕਿੰਗ ਫॉर ਆਪਸ਼ਨਸ ਟੂ ਸੈਟਲ, ਤੇ ਕੱਲਾ ਟਰੱਕਿੰਗ ਵਾਲੇ ਪਾਸੇ ਨਾ ਸੋਚੋ ਕਿ ਸਾਡੇ ਪੰਜਾਬੀਆਂ ਦੇ ਵਿੱਚ ਹੈਗਾ ਕਿ ਅਸੀਂ ਜਾਂ ਟਰੱਕਿੰਗ ਦੇ ਵਿੱਚ ਹੀ ਜਾਣਾ, ਕਿਉਂਕਿ ਸਾਡੇ ਪਿੰਡ ਦੇ 5 ਬੰਦੇ ਮੁੰਡੇ ਉਸ ਟਰੱਕਿੰਗ ਦੇ ਵਿੱਚ ਹੈਗੇ ਨੇ, ਸਾਡੇ ਪਿੰਡ ਦੇ 25 ਬੰਦੇ ਟਰੱਕਿੰਗ ਦੇ ਵਿੱਚ ਹੈਗੇ ਨੇ। ਸੋ ਉਹ ਚੀਜ਼ ਦੇ ਉੱਤੇ ਨਾ ਜਾਓ, ਉਹ ਆਕੂਪੇਸ਼ਨ ਵਾਲੇ ਪਾਸੇ ਜਾਓ ਜਿਹਦੇ ਵਿੱਚ ਤੁਹਾਡੀ ਅੱਜ ਦੀ ਤਰੀਕ ਦੇ ਵਿੱਚ ਜੌਬ ਹੈਗੀ ਹੈ, ਦੂਸਰੀ ਜਿਹੜੀ ਪੀਆਰ ਵਾਸਤੇ ਕੁਆਲੀਫਾਈ ਕਰਾ ਰਹੀ ਹੈ। ਬਿਕੋਜ਼ ਟਰੱਕਿੰਗ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜੌਬਸ ਦੇ ਵਿੱਚ ਕਾਫੀ ਫਰਕ ਪਿਆ ਹੋਇਆ ਹੈਗਾ। ਜਿਹੜੇ ਡਰਾਈਵਰਸ ਦੇ ਕੋਲ, ਜਿਹੜੀ ਕੰਪਨੀਜ਼ ਦੇ ਕੋਲ ਹਰ ਡਰਾਈਵਰ ਵਾਸਤੇ 7 ਦਿਨ ਦਾ ਲੋਡ ਹੁੰਦਾ ਸੀਗਾ, 7 ਦਿਨ ਰਨ ਹੁੰਦੇ ਸੀਗੇ, ਅੱਜ ਦੀ ਤਰੀਕ ਦੇ ਵਿੱਚ ਇੱਕ ਡਰਾਈਵਰ ਵਾਸਤੇ 2.5 ਤੋਂ 3 ਦਿਨ ਦੇ ਰਨ ਰਹਿ ਗਏ ਨੇ। ਸੋ ਜਿਹੜਾ ਸਾਡਾ ਇੰਡਸਟਰੀ ਹੈਗੀ ਹੈ ਥੋੜ੍ਹਾ ਜਿਹਾ ਰਿਸੈਸ਼ਨ ਵਾਲੇ ਪਾਸੇ ਇੰਡੀਕੇਟ ਕਰ ਰਹੀ ਹੈ। ਸੋ ਉਹਨਾਂ ਫੀਲਡ ਦੇ ਵਿੱਚ ਜਾਓ, ਉਹਨਾਂ ਪ੍ਰੋਵਿੰਸਿਸ ਦੇ ਵਿੱਚ ਜਾਓ, ਅਗੇਨ GTA ਦਾ ਮੋਹ ਛੱਡ ਕੇ ਆਇਆ ਜੇ ਜਾਂ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲਿਆ ਜੇ, ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿਹੜੀ ਪੀਆਰ ਵਾਸਤੇ ਕੁਆਲੀਫਾਈ ਕਰ ਰਹੇ। ਜੇ ਤੁਹਾਡੇ ਦੋਸਤ ਭਾਈ ਭੈਣ ਮਿੱਤਰ ਬੈਕ ਹੋਮ ਬੈਠੇ ਹੋਏ ਨੇ ਹੋਸਪਿਟੈਲਿਟੀ ਦਾ ਐਕਸਪੀਰੀਅੰਸ ਲੈ ਕੇ, ਖਾਸ ਕਰ ਰੈਸਟੋਰੈਂਟ ਦੇ ਵਿੱਚ ਕੁੱਕ ਦਾ, ਸ਼ੈਫ ਦਾ, ਕਿਸੇ ਫਾਸਟ ਫੂਡ ਜੁਆਇੰਟ ਦੇ ਵਿੱਚ ਮੈਨੇਜਰ ਦਾ, ਸੁਪਰਵਾਈਜ਼ਰ ਦਾ ਐਕਸਪੀਰੀਅੰਸ, ਉਹਨਾਂ ਦਾ CV ਸਾਨੂੰ ਫਾਰਵਰਡ ਕਰ ਦਿਓ। ਵੀ ਹੈਵ ਅ ਹਿਊਜ ਚੇਨ ਦੈਟ ਇਜ਼ ਲੁਕਿੰਗ ਫॉर EMPLOYEES, ਐਂਡ ਉਹਨਾਂ ਦੀ EMPLOYER ਖੁਦ ਇੰਟਰਵਿਊ ਕਰਦਾ ਹੈ, ਐਂਡ ਦੇ ਵਿਲ ਇਸ਼ੂ ਯੂ ਅ LMIA ਵਰਕ ਪਰਮਿਟ, ਐਂਡ ਇਵੈਂਚੁਅਲੀ ਤੁਸੀਂ PNP ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਇਸੇ ਤਰ੍ਹਾਂ ਜੇ ਵੈਲਡਿੰਗ ਦਾ ਐਕਸਪੀਰੀਅੰਸ ਹੈਗਾ, ਵੈਲਡਰਸ ਵਾਸਤੇ, ਸ਼ੀਟ ਮੈਟਲ ਵਰਕਰਸ ਵਾਸਤੇ ਸਾਡੇ ਕੋਲ ਓਪਨਿੰਗਸ ਹੈਗੀਆਂ, ਮਸ਼ੀਨਿਸਟ ਵਾਸਤੇ ਓਪਨਿੰਗਸ ਹੈਗੀਆਂ। ਜੇ ਤੁਹਾਡੇ ਕੋਲ ਇਹਨਾਂ ਟ੍ਰੇਡ ਦਾ ਐਕਸਪੀਰੀਅੰਸ ਹੈਗਾ ਤੇ ਆਪਣੇ CV ਸਾਡੇ ਨਾਲ ਡਿਟੇਲ ਸ਼ੇਅਰ ਕਰੋ। ਐਂਡ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਸਾਨੂੰ ਜਿਹੜੇ ਗ੍ਰੇਡ 12 ਕਰਕੇ ਆਏ ਸੀਗੇ, ਪੜ੍ਹਾਈਆਂ ਕਰ ਲਈਆਂ, ਜੌਬ ਕਰ ਰਹੇ ਹੋ, ਜੇ ਓਨਟਾਰੀਓ ਦੇ ਵਿੱਚ ਤੁਹਾਡੇ ਪੁਆਇੰਟਸ 300 ਤੋਂ 367 ਤੋਂ 380 ਦੇ ਵਿੱਚ ਹੈਗੇ ਨੇ, ਇਟ ਇਜ਼ ਬੈਟਰ ਦੈਟ ਯੂ ਮੂਵ ਆਊਟ ਆਫ ਹੇਅਰ, ਲੁੱਕ ਫॉर ਓਪਰਚੁਨਿਟੀਜ਼ ਇਨ ਅਦਰ ਪ੍ਰੋਵਿੰਸਿਸ। ਰੂਰਲ ਏਰੀਆਜ਼ ਦੇ ਵਿੱਚ ਜਾ ਕੇ ਤੁਹਾਡੇ ਕੋਲ ਓਪਰਚੁਨਿਟੀਜ਼ ਅੱਜ ਵੀ ਐਗਜ਼ਿਸਟ ਕਰ ਰਹੀਆਂ। ਐਂਡ ਜੇ ਤੁਸੀਂ ਗਲਤੀ ਨਾਲ ਪੜ੍ਹਾਈ ਛੱਡ ਦਿੱਤੀ ਸੀਗੀ ਜਾਂ ਐਡਮਿਸ਼ਨ ਲੈ ਕੇ ਆਏ ਸੀਗੇ, ਕੋਰਸ ਨਹੀਂ ਕਰਨਾ ਚਾਹੁੰਦੇ ਤੇ ਸੈਪਟੈਂਬਰ ਵਾਸਤੇ ਐਡਮਿਸ਼ਨ ਚਾਹੀਦੀ ਹੈ, ਤੇ ਗੈਟ ਇਨ ਟੱਚ ਵਿਦ ਅਸ ਨਾਓ, ਵੀ ਮਾਈਟ ਬੀ ਇਨ ਅ ਪੋਜੀਸ਼ਨ ਟੂ ਹੈਲਪ ਯੂ। ਜਿਸ ਤਰ੍ਹਾਂ ਤਰਨ ਜੀ ਨੇ ਕਿਹਾ ਕਿ ਜਿਹੜੇ ਨਦਨ ਕਾਲਜ ਵਾਲੇ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਨੂੰ ਐਡਮਿਸ਼ਨ ਕਾਲਜ ਨੇ ਦੇਣ ਤੋਂ ਮਨਾ ਕਰ ਦਿੱਤਾ, ਚਿੱਠੀ ਭੇਜ ਦਿੱਤੀ ਹੈਗੀ, ਉਹ ਅੱਜ ਵੀ ਸਟੂਡੈਂਟਸ ਕੈਨੇਡਾ ਆ ਕੇ ਪੜ੍ਹ ਸਕਦੇ ਨੇ, ਪ੍ਰੋਵਾਈਡਡ ਉਹਨਾਂ ਨੂੰ ਕਿਸੇ ਹੋਰ ਇੰਸਟੀਟਿਊਸ਼ਨ ਤੋਂ ਜੌਬ ਲੈਟਰ ਆਫਰ ਲੈਟਰ ਮਿਲ ਜਾਂਦਾ। ਸੋ ਜੇ ਤੁਹਾਨੂੰ ਕੋਈ ਇਹੋ ਜਿਹੀ ਹੈਲਪ ਚਾਹੀਦੀ ਹੈ ਤੇ ICC ਇਮੀਗ੍ਰੇਸ਼ਨ ਦੇ ਨਾਲ ਜ਼ਰੂਰ ਕੰਟੈਕਟ ਕਰੋ। ਸਾਡੇ ਹੈੱਡ ਆਫਿਸ ਮਿਸਿਸਾਗਾ ਦੇ ਵਿੱਚ ਕੈਨੇਡਾ ਦੇ ਵਿੱਚ ਹੈਗਾ, 1137 ਡੇਰੀ ਰੋਡ ਤੇ। ਸਾਡਾ ਫੋਨ ਨੰਬਰ ਹੈਗਾ 905-461-2424, 905-461-2424। ਐਂਡ ਜੇ ਤੁਸੀਂ ਇੰਪਲੋਇਰ ਹੈਗੇ ਹੋ ਲੁਕਿੰਗ ਫॉर EMPLOYEES ਆਊਟਸਾਈਡ ਆਫ GTA ਔਰ ਆਊਟਸਾਈਡ ਆਫ ਓਨਟਾਰੀਓ, ਇੱਕ ਵਾਰੀ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ, ਬਿਕੋਜ਼ ਵੀ ਹੈਵ ਪੂਲ ਆਫ ਐਪਲੀਕੈਂਟਸ ਵੀ ਕੈਨ ਰੈਫਰ ਯੂ ਟੂ।
ਸਾਡਾ ਈਮੇਲ ਆਈਡੀ ਹੈਗਾ info@iccimmigration.ca ਐਂਡ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ PNPs ਦੇ ਵਿੱਚ ਹੈਲਪ ਚਾਹੀਦੀ ਹੈ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਤੁਸੀਂ ਬੈਠੇ ਹੋਏ ਹੋ ਤਾਂ ਸਟ੍ਰੇਟ ਫਾਰਵਰਡ ਐਡਵਾਈਸ ਵਾਸਤੇ ਸਾਨੂੰ ਜ਼ਰੂਰ ਸੰਪਰਕ ਕਰੋ ਵੀ ਆਰ ਅ ਟੀਮ ਦੈਟ ਵਿਲ ਗਿਵ ਯੂ ਸਟ੍ਰੇਟ ਫਾਰਵਰਡ ਐਡਵਾਈਸ ਜਿਹੜੀ ਚੀਜ਼ ਪੋਸੀਬਲ ਹੋਏਗੀ ਦੱਸਾਂਗੇ ਜਿਹੜੀ ਚੀਜ਼ ਨਹੀਂ ਹੋਏਗੀ ਉਹ ਵੀ ਦੱਸਾਂਗੇ ਕਿ ਸਾਡੇ ਵੱਸ ਦਾ ਨਹੀਂ ਹੈਗਾ ਕਿਸੇ ਹੋਰ ਤੋਂ ਕੰਮ ਕਰਾ ਲਓ ਸੋ WhatsApp ਨੰਬਰ ਸਾਡਾ ਹੈਗਾ 647-850-9000 647-850-9000 ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ ਚ ਆਉਣ ਲਈ ਥੈਂਕ ਯੂ ਤਰਨਜੀਤ ਸੋ ਦੋਸਤੋ ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਉਮੀਦ ਕਰਦੇ ਹਾਂ ਪਸੰਦ ਆਇਆ ਹੋਵੇਗਾ ਹੁਣ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਲਾਹ ਲਈ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ ਫਿਲਹਾਲ ਦਿਓ ਇਜਾਜ਼ਤ ਦੇਖਦੇ ਰਹੋ ਹਮਦਰਦ TV ਸਤਿ ਸ਼੍ਰੀ ਅਕਾਲ